एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। श्लोक महला पंजवा। हर एक से नाल में दोस्ती, हर एक से नाल में रंग, हर एक को मेरा सजनो, हर एक से नाल में संग, हर एक से नाल में दोस्ती, हर एक से नाल में रंग, हर एक को मेरा सजनो, हर एक से नाल में संग, हर एक से नाल में गोसते, मुँह मैला करे न पंग, जाने बिरथा जी की कदे न मोड़े रंग, हर एक को मेरा मसलती, पन्नण कन्नण समरथ, हर एक को मेरा दातार है, सिर दातिया जग हथ, हर एक से दी में हर एक से दी में टेक है, जो सिर सपना समरथ, सतगुर संत मिलाया मस्तक तर के हथ, बड़ा साहिब गुरु मिलाया, जिन तारिया सगले जगत, मन किया इच्छा पूरियां, पाया तुर संजोग, नानक पाया सच नाम, सद ही पोगे पोग, मन किया इच्छा पूरियां, पाया तुर संजोग, नानक पाया सच नाम, सद ही पोग पोग। वाहिगुरु 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 वाहिगुरु। वाहिगुरु जी का खालसा, वाहिगुरु जी की फतेह। ਅੱਜ ਆਪਾਂ ਇਨਪੁਟ ਦੇ ਰਹੇ ਸੀਗੇ ਆਪਣੀ ਆਪਣੀ ਥਾਂ ਤੇ ਸਾਰੇ, आई गेस प्रदीप जी। हाँ जी, फिर लास्ट दो स्टैंजा भी बचे सन। हाँ जी, सो पहले आप इनपुट दे रहे हैं, कैसी स्टैंजा कर रहे हैं? हाँ जी परमिंदर जी। हाँ जी, तुसी मेरी ड्यूटी लाई सी। थोड़ी आवाज कटेगी सर। तुसी मेरी ड्यूटी लाई सी जी। ओके।
ਵਾਹਿਗੁਰੂ ਜੀ। ਡਿਊਟੀ ਤਾਂ ਕੀ ਲਾਣੀ ਵੀਰ, ਅਸੀਂ ਤਾਂ ਬੇਨਤੀ ਕਰੀ ਦੀ ਵੀ ਸਾਰੇ ਆਪਣੀ ਆਪਣੇ ਹਿਸਾਬ ਪਾਇਆ ਕਰੋ, ਸਿਆਣੇ ਹੋ ਗਏ। ਇਹ ਲੱਗਦਾ ਹੀ ਹੈ ਜੀ ਸਿਆਣੇ ਆ, ਪਰ ਹੈ ਅੰਦਰੋਂ ਯਾਣੇ ਹੀ ਹੈ, ਅੰਦਰੋਂ ਖਾਲੀ ਹੈ। ਇੱਕ ਉਹ ਕਹਾਵਤ ਹੈ ਕਿ ਖੋਖਾ ਚਨਾ ਬਾਜੇ ਗਣਾ, ਜਿਹੜਾ ਅੰਦਰੋਂ ਖਾਲੀ ਹੁੰਦਾ ਨਾ ਉਹ ਜ਼ਿਆਦਾ ਰੌਲਾ ਰੱਪਾ ਪਾਉਂਦਾ। ਸਾਡਾ ਉਹ ਹਿਸਾਬ ਹੈ। ਚਲੋ ਰੱਬ ਰਹਿਮਤ ਕਰੇ ਸਾਰਿਆਂ ਤੇ। ਵਾਹਿਗੁਰੂ ਜੀ। ਆਖਰੀ ਦੋ ਪੰਕਤੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਜਾਜ਼ਤ ਚਾਹਾਂਗਾ ਕਿ ਅਗਰ I can go through and brush touch few things ਜਿਹੜੇ ਪੁਆਇੰਟ ਅਸੀਂ ਡਿਸਕਸ ਕੀਤੇ ਸੀ ਪਿਛਲੀ ਦੋ ਕਲਾਸਾਂ 'ਚ। ਅਸੀਂ ਡਿਸਕਸ ਕੀਤਾ ਸੀਗਾ ਫਸਟ ਵੀਕ ਦੇ ਵਿੱਚ ਆਗੇ ਬਾਰੇ, ਤੇ ਜਿਹੜਾ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਾਇਆ ਸੀਗਾ ਕਿ ਇਸ ਹੱਥ ਕਰ ਤੇ ਇਸ ਹੱਥ ਲੈ, ਤੇ ਜੋ ਬੀਜਣਾ ਉਹ ਸੋ ਖਾਵਣਾ। ਤੇ ਉਹ ਕਨਸੈਪਟ ਜਿਹੜਾ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਸੀ, ਖਾਸ ਕਰ ਮੈਨੂੰ। ਅੱਗੇ ਅਗਲੀ ਪੰਕਤੀ ਦੇ ਵਿੱਚ ਜਦੋਂ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰੱਖ ਲਿਆ, ਤੇ ਦਿਆਲੇ ਦੇ ਉੱਤੇ ਇਹ ਮੇਰਾ ਪ੍ਰਭੂ ਜਿਹੜਾ ਹੈ ਉਹ ਕਿੰਨਾ ਕੁ ਦਿਆਲ ਹੈ। ਜੇ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਖੋਜੀਏ ਜਾਂ ਇੱਥੇ ਥੋੜੀ ਜਿਹੀ ਹੋਰ ਚਿੰਤਨ ਕਰੀਏ ਤੇ ਉਹਦੀ ਦਿਆਲਤਾ ਜਿਹੜੀ ਹੈ ਇੰਨੀ ਬੇਅੰਤ ਹੈ, ਔਰ ਗੁਰਬਾਣੀ ਦੇ ਵਿੱਚ ਇੰਨੇ ਐਗਜ਼ਾਮਪਲ ਮਿਲਦੇ ਹੈ ਇਸ ਬਾਰੇ ਕਿ ਕਈ ਵਾਰੀ ਆਪਣੇ ਆਪ ਹੀ ਤੁਹਾਨੂੰ ਦਿਲੋਂ ਫਿਰ ਨਿਕਲਦਾ ਕਿ ਵਾਹਿਗੁਰੂ ਕਿਆ ਕਿਆ ਬਾਤਾਂ ਕੀਤੀਆਂ। ਇੱਕ ਐਗਜ਼ਾਮਪਲ ਜਿਹੜਾ ਹੈਗਾ ਕਿ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ, ਭਗਤ ਤੇਰੇ ਸਭ ਪ੍ਰਾਣਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ। ਇਹ ਜਿਹੜਾ ਇਹਦੀ ਦਿਆਲਤਾ ਹੈ, ਤੇ ਇਹ ਦਿਆਲਤਾ ਪ੍ਰਗਟ ਹੋ ਰਹੀ ਹੈ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਔਰ ਬੱਚਾ ਭਾਵੇਂ ਜਿੰਨਾ ਮਰਜੀ ਗਲਤ ਕੰਮ ਵੀ ਕਰਦਾ ਹੈ, ਲੇਕਿਨ ਉਹ ਬਾਅਦ ਦੇ ਵਿੱਚ ਜਦੋਂ ਮਾਂ ਦੇ ਕੋਲ ਆਉਂਦਾ ਤੇ ਉਹਨੂੰ ਕਹਿੰਦੀ ਚੱਲ ਕੋਈ ਨਹੀਂ, ਮੇਰਾ ਲਾਡਲਾ, ਮੇਰਾ ਪੁੱਤ, ਮੇਰਾ ਰਾਜਾ। ਇਹਦੀ ਐਗਜ਼ਾਮਪਲ ਵੀ ਗੁਰਬਾਣੀ ਚ ਕਹਿੰਦੀ ਹੈ ਆਸਾ ਰਾਗ ਦੇ ਵਿੱਚ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ ਕਾਹੇ ਨ ਖੰਡਸ ਅਵਗਨ ਮੇਰਾ। ਇੱਕ ਇਹ ਅਰਦਾਸ ਦੇ ਰੂਪ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੇ ਅਵਗੁਣ ਨਹੀਂ ਚਿਤਾਰਦੀ, ਉਸੇ ਤਰ੍ਹਾਂ ਮੈਂ ਵੀ ਤੇਰਾ ਇੱਕ ਬਾਲਕ ਹੈ ਜਿਹੜਾ ਇੰਨੇ ਸਾਲਾਂ ਤੋਂ ਹੁਣ ਤੱਕ ਮੈਂ ਅਵਗੁਣ ਕਰਦਾ ਆ ਰਿਹਾ, ਲੇਕਿਨ ਜਿਸ ਦਿਨ ਵੀ ਮੈਂ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਪ੍ਰਭੂ ਦੇ ਚਰਨਾਂ ਦੇ ਵਿੱਚ, ਤੇ ਪ੍ਰਭੂ ਨੇ ਮੇਰੇ ਇੱਕ ਛਣ ਨਹੀਂ ਲਾਣਾ ਤੇ ਕਹਿਣਾ ਕਿ ਮੇਰਾ ਬੱਚਾ ਮੇਰੇ ਕੋਲ ਆਇਆ, ਤੇ ਉਹਨੇ ਉਹ ਮੇਰੇ ਜਿਹੜੇ ਔਗੁਣ ਹੈ ਉਹਨਾਂ ਨੇ ਚਿਤਾਰਨਾ ਨਹੀਂ ਹੈ, ਤੇ ਉਹ ਸਾਰੇ ਖੰਡਨ ਕਰਕੇ ਉਹਨਾਂ ਨੂੰ ਮੇਰੇ ਰੱਬ ਨੇ ਮੈਨੂੰ ਆਪਣੇ ਨਾਲ ਕਿਰਪਾ ਕਰਨੀ ਹੈ। ਇੱਕ ਇਟਸ ਨਾਟ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਰ ਦਿਸ ਇਜ਼ ਦਿਆਲਤਾ ਦੇ ਉੱਤੇ I was going through ਤੇ I come across ਤੇ I like to share। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ, ਪਛ ਪਸ਼ੂ ਨਗ ਨਾਗ ਨਰਾਪਤ ਨਰਾਦਿਤ ਸਰਬ समय सबको प्रतिपारे, पोखत है जल में थल में पल में कल के नहीं कर कर्म विचारे, दीन दयाल दया निध दोखन देत है पर देत न हारे। एक साधु ਜਿਹੜਾ ਰੋਜ਼ ਤਪੱਸਿਆ ਕਰਦਾ ਹੈ, ਰੱਬ ਦੀ ਸਾਧਨਾ ਕਰਦਾ ਹੈ, ਤੇ ਉਸ ਦੇ ਆਸ਼ਰਮ ਦੇ ਵਿੱਚ ਇੱਕ ਚੋਰ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਅੱਜ ਲੰਗਰ ਛਕਾ ਦੇ। ਤੇ ਉਸ ਦੇ ਚੇਲੇ ਉਸ ਨੂੰ ਕਹਿੰਦੇ ਵੀ ਤੂੰ ਇੱਥੇ ਲੰਗਰ ਨਹੀਂ ਛਕ ਸਕਦਾ। ਕਹਿੰਦਾ ਵੀ ਕਿਉਂ? ਕਹਿੰਦਾ ਇਹ ਰੱਬ ਦਾ ਘਰ ਹੈ, ਇੱਥੇ ਆਰਾਧਨਾ ਹੁੰਦੀ ਹੈ, ਇੱਥੇ ਸੁਚਮ ਹੈਗੀ ਹੈ, ਤੇ ਤੂੰ ਲੋਕਾਂ ਦੇ ਪਾਪ ਕਰਦਾ ਹੈ ਤੇ ਉਹਨਾਂ ਨੂੰ ਚੋਰੀਆਂ ਯਾਰੀਆਂ ਕਰਦਾ ਹੈ,
ਤੇ ਉਸ ਤੋਂ ਬਾਅਦ ਤੈਨੂੰ ਕਹਿੰਦੇ ਇੱਥੇ ਲੰਗਰ ਨਹੀਂ ਛਕਣਾ। ਤੇ ਜਦੋਂ ਸਾਧੂ ਨੇ ਉਸ ਤੋਂ ਬਾਅਦ ਸਮਾਧੀ ਲਾਈ ਤੇ ਉਹਦਾ ਚਿੱਤ ਨਹੀਂ ਲੱਗਾ। ਹੁਣ ਇਹ ਸਿਰਫ ਸਮਝਾਉਣ ਕਰਕੇ ਹੈ, ਲਾਈਕ ਜਸਟ ਐਨ ਐਗਜ਼ਾਮਪਲ, ਕਿ ਉਹਨੂੰ ਇਲਹਾਮ ਹੋਇਆ ਕਿ ਵੀ ਮੈਂ, ਰੱਬ ਕਹਿੰਦਾ ਵੀ ਮੈਂ ਉਸ ਸਾਧੂ, ਉਹ ਜਿਹੜੇ ਚੋਰ ਨੂੰ ਇੰਨੇ ਸਾਲਾਂ ਤੋਂ ਮੈਂ ਪਾਲ ਰਿਹਾ, ਤੇ ਅੱਜ ਉਹ ਤੇਰੇ ਘਰ ਅਗਰ ਲੰਗਰ ਛਕਣ ਆਇਆ ਤੇ ਤੂੰ 1 ਮਿੰਟ ਨਹੀਂ ਲਾਇਆ ਤੇ ਆਪਣਾ ਕਹਿ ਕੇ ਮੈਂ ਤੈਨੂੰ ਨਹੀਂ ਸਿਖਾਉਣਾ, ਲੇਕਿਨ ਮੈਂ ਤੇ ਅੱਜ ਤੱਕ ਨਹੀਂ ਉਹਦੇ ਅਵਗੁਣ ਚਿਤਾਰੇ। ਤੇ ਇਸ ਤਰ੍ਹਾਂ ਮੇਰੇ ਪ੍ਰਭੂ ਦੀ ਜਿਹੜੀ ਅਪਾਰ ਦਿਆਲਤਾ ਹੈ ਔਰ ਉਹਦੀ ਜਿਹੜੀ ਕਿਰਪਾਲਤਾ ਹੈ ਉਹ ਬੇਅੰਤ ਹੈ। ਉਹਨੇ ਆਪਣੇ ਬੱਚਿਆਂ ਦੇ ਅਵਗੁਣ ਨਾ ਚਿਤਾਰ ਕੇ ਉਹਨਾਂ ਨੂੰ ਗਲਵਕੜੀ ਦੇ ਵਿੱਚ ਲੈਣ 'ਚ ਉਹਨੇ 1 ਮਿੰਟ ਨਹੀਂ ਲਾਣਾ। ਫਿਰ ਇੱਕ ਅੱਗੇ ਅਗਲੀ ਬੰਦ ਦੇ ਵਿੱਚ ਅੰਧਕੂਪ ਸੀਗਾ। ਇਹ ਜਿਹੜਾ ਅੰਧਕੂਪ ਹੈ, ਹਨੇਰਾ ਕੂਆਂ, ਖੂਹ। ਅੰਧਕੂਪ ਕੀ ਹੈ? ਕੀ ਮੈਨੂੰ ਪਤਾ ਕਿ ਮੈਂ ਖੂਹ ਦੇ ਵਿੱਚ ਡਿੱਗਾ ਹਾਂ? ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤਾ ਸੀਗਾ ਕਿ ਮੈਂ ਖੂਹ ਦਾ ਮੈਂਡਕ ਹੈ, ਕੁਛ ਦੇਸ਼ ਵਿਦੇਸ਼ ਨਾ ਵਿਚਾਰੋ, ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਦੇਸ਼ ਔਰ ਵਿਦੇਸ਼ ਬਾਰੇ ਕੀ ਹੋ ਰਿਹਾ। ਮੈਨੂੰ ਤਾਂ ਆਪਣੇ ਖੂਹ ਦੀ ਹੀ ਸਿਰਫ ਮੈਨੂੰ ਪਤਾ ਕਿ ਹਾਂ ਸਿਰਫ ਇੱਥੋਂ ਛਾਲ ਮਾਰੀ ਇੱਥੇ ਤੇ ਇੱਥੋਂ ਹੀ ਛਾਲ ਮਾਰੀ ਇੱਥੇ, ਸੰਸਾਰ ਦੇ ਵਿੱਚ ਕੀ ਹੋ ਰਿਹਾ ਤੇ ਮੈਨੂੰ ਤਾਂ ਕੁਝ ਨਹੀਂ ਪਤਾ। ਤੇ ਖੂਹ ਦੇ ਉੱਤੇ ਇੱਕ ਐਗਜ਼ਾਮਪਲ ਗੁਰਬਾਣੀ ਦੇ ਵਿੱਚ ਆਂਦੀ ਹੈ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਅਨਿਲ ਬੇੜਾ ਹਉ ਖੇਵਨ ਸਾਕੋ, ਤੇਰਾ ਪਾਰ ਨਾ ਪਾਇਆ ਬੀਠਲਾ, ਹਉ ਦਿਆਲ ਸਤਗੁਰ ਮੇਲ ਤੂੰ, ਮੋਕੋ ਪਾਰ ਉਤਾਰ ਕੇਸਵਾ। ਇੱਥੇ ਵੀ ਦਿਆਲਤਾ ਦੀ ਗੱਲ ਆਈ ਹੈ ਔਰ ਅੰਧਕੂਪ ਦੇ ਵਿੱਚ ਕਹਿੰਦੇ ਬਾਂਹ ਦੇ ਕੇ ਮੈਨੂੰ ਕੱਢ ਲੈ, ਜੋ ਕਿ ਇਸ ਪੰਕਤੀ ਦੇ ਨਾਲ ਵੀ ਮੇਲ ਖਾਂਦਾ ਹੈ ਕਿ ਜਿਹਦੇ ਵਿੱਚ ਕਿਹਾ ਹੈ ਕਿ ਮੈਨੂੰ ਬਾਂਹ ਦੇ ਕੇ ਅੰਧਕੂਪ ਦੇ ਵਿੱਚੋਂ ਕੱਢ ਲੈ। ਅਗਲੀ ਪੰਕਤੀ ਦੇ ਵਿੱਚ ਨਿਰਭਉ ਪੇਸ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ। ਨਿਰਭਉ ਸਾਡੇ ਮੂਲ ਮੰਤਰ ਦੇ ਵਿੱਚ ਇੱਕ ਐਟਰੀਬਿਊਟ ਹੈ ਵਾਹਿਗੁਰੂ ਜੀ ਦਾ, ਅਕਾਲ ਪੁਰਖ ਦਾ। ਤੇ ਜਿਸ ਵੇਲੇ ਸਾਨੂੰ ਹਿਦਾਇਤ ਦਿੱਤੀ ਗਈ ਹੈ ਜਾਂ ਸਾਨੂੰ ਇੱਕ ਰਸਤਾ ਦਿਖਾਇਆ ਗਿਆ ਹੈ ਉਹਨਾਂ ਐਟਰੀਬਿਊਟਸ ਨੂੰ ਅਪਣਾਉਣ ਦਾ, ਤੇ ਉਹਦੇ ਵਿੱਚ ਨਿਰਭਉ ਹੋਣਾ ਵੀ ਇੱਕ ਐਟਰੀਬਿਊਟ ਹੈ। ਅਗਰ ਅਸੀਂ ਵਾਹਿਗੁਰੂ ਜੀ ਦੇ ਗੁਣ ਅਡਾਪਟ ਕਰ ਰਹੇ ਹਾਂ ਤੇ ਹੌਲੀ ਹੌਲੀ ਸਾਡੇ ਅੰਦਰ ਵੀ ਨਿਡਰਤਾ, ਨਿਰਭਉਤਾ, ਨਿਰਵੈਰਤਾ ਇਹ ਚੀਜ਼ਾਂ ਆਉਣਗੀਆਂ। ਤੇ ਇੱਥੇ ਇੱਕ ਐਗਜ਼ਾਮਪਲ ਆਈ ਲਾਈਕ ਟੂ ਕੋਟ, ਸੌਰੀ ਜੀ, ਮੇਬੀ ਇਟਸ ਨਾਟ ਮੈਂਟ ਫॉर, ਮੈਂ ਅੱਗੇ ਚੱਲਦਾ। ਲਾਸਟ ਅਸੀਂ ਗੱਲ ਕੀਤੀ ਸੀ ਰੋਗ ਦੀ, ਤੇ ਆਈ ਲਾਈਕ ਟੂ ਕੋਟ ਅ ਪੰਕਤੀ ਗੁਰਬਾਣੀ ਦੇ ਵਿੱਚੋਂ, ਜਿਹਦੇ ਵਿੱਚ ਇੱਕ ਹੈਗਾ ਸ਼ਬਦ ਤੇ ਬਹੁਤ ਲੰਬਾ ਹੈ ਸ਼੍ਰੀ ਰਾਗ ਦਾ, ਪਰ I'll quote a stanza which is, ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸਤ ਕੁਟੰਬ ਪਲੇਟਿਆਂ, ਕਦੇ ਹਰਖ ਕਦੇ ਸੋਗ। ਹੁਣ ਜੇ ਮੈਂ ਆਪਣੇ ਦੇਹੀ ਦੇ ਵਿੱਚ, ਮਨ ਦੇ ਵਿੱਚ ਮੈਂ ਜੇ ਚਿੰਤਾ ਰੱਖਾਂਗਾ ਤੇ ਇਹਦਾ ਆਊਟਕਮ ਮੈਨੂੰ ਇਹ ਹੋਏਗਾ ਕਿ ਮੇਰੇ ਸਰੀਰ ਨੂੰ ਵੀ ਰੋਗ ਲੱਗਣਗੇ। ਐਂਡ ਲਾਈਕ ਯੂ ਸੈਡ ਇਟ ਇਨ ਦ ਲਾਸਟ ਕਲਾਸ ਕਿ ਰੋਗ ਜਿਹੜੇ ਹੈਗੇ ਆ ਸਾਨੂੰ ਇੱਕ ਚਿੰਤਾ ਦਾ ਹੈ, ਮਾਇਆ ਦਾ ਹੈ, ਹਉਮੈ ਦਾ ਹੈ, ਹਉਮੈ ਦੀਰਘ ਰੋਗ, ਤੇ ਜਿਹੜਾ ਇੱਕ ਰੋਗ ਹੈ ਉਹ ਵਿਛੋੜੇ ਦਾ। ਤੁਸੀਂ ਉਸ ਸ਼ਬਦ ਨੂੰ ਕੋਟ ਕੀਤਾ ਸੀਗਾ, ਮੈਂ ਦੁਬਾਰਾ ਉਹਨੂੰ ਕੋਟ ਕਰਨਾ ਚਾਹੁੰਦਾ ਕਿ ਮਹਲੇ ਪਹਿਲੇ ਦਾ ਮਲਾਰ ਰਾਗ ਦੇ ਵਿੱਚ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਹੁਣ ਦੁੱਖ ਕਿਸ ਚੀਜ਼ ਦਾ ਹੈ? ਰੱਬ ਦੇ ਨਾਲ ਵਿਛੋੜੇ ਦਾ। ਤੇ ਦੂਸਰਾ ਦੁੱਖ ਕੀ ਹੈ? ਕਿ ਭੁੱਖ। ਤੇ ਇੱਕ ਦੁੱਖ ਸਖਤ ਵਾਰ ਜਮਦੂਤ, ਦੂਸਰਾ ਜਿਹੜਾ ਦੁੱਖ ਹੈ
ਜਾਂ ਡਰ ਜਿਹਨੂੰ ਕਹਿ ਲਓ, ਉਹ ਹੈਗਾ ਕਿ ਮੈਨੂੰ ਹਮੇਸ਼ਾ ਮੌਤ ਦਾ ਡਰ ਲੱਗਾ ਰਹਿੰਦਾ ਹੈ। ਇੱਕ ਦੁੱਖ ਰੋਗ ਲੱਗੇ ਤਿੰਨ ਪਾਏ, ਵੈਦ ਨਾ ਭੋਲੇ ਦਾਰੂ ਲਾਏ। ਇਸ ਵੈਦ ਭੋਲੇ ਨੂੰ ਤੇ ਪਤਾ ਹੀ ਨਹੀਂ ਹੈ ਕਿ ਇਹਦਾ ਇਲਾਜ ਕੀ ਹੈ। ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ ਵੀਰ। ਇਹ ਰਾਹੂ ਦੀ ਪੰਕਤੀ ਹੈ। ਫਿਰ ਕਹਿੰਦੇ ਹੈ ਕਿ ਖਸਮ ਵਿਸਾਰੇ ਕੀ ਇਹ ਰਸ ਭੋਗ। ਮੈਂ ਜੇ ਆਪਣੇ ਰੱਬ ਨੂੰ ਭੁਲਾ ਕੇ ਮੈਂ ਸਾਰੇ ਰਸ ਭੋਗਦਾ ਹਾਂ ਤੇ ਤਾਂ ਤਨ ਉੱਠ ਖਲੋਏ ਰੋਗ। ਤੇ ਫਿਰ ਇਹ ਲਾਜ਼ਮੀ ਹੈ ਕਿ ਜਦੋਂ ਮੈਂ ਰੱਬ ਨੂੰ ਵਿਸਾਰ ਕੇ ਮਾਇਆ ਦੇ ਰਸ ਮੈਂ ਭੋਗੀ ਜਾ ਰਿਹਾ ਤੇ ਅਖੀਰ ਨੂੰ ਉਸ ਸਰੀਰ ਨੂੰ ਫਿਰ ਦੁੱਖ ਲੱਗਣੇ ਇੱਕ ਲਾਜ਼ਮੀ ਹੈ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਜਿਹੜਾ ਕੰਮ ਕਰਾਂਦਾ ਹੈ, ਜਿੱਦਾਂ ਇਹ ਅਸੀਂ ਡਿਸਕਸ ਕੀਤਾ ਸੀ ਕਿ ਜਿਹੜਾ ਤਨ ਹੈ ਉਹ ਲੱਲਾ ਹੈ, ਉਹਦਾ ਆਪ ਦਾ ਆਪਣਾ ਦਿਮਾਗ ਨਹੀਂ ਹੈ। ਉਹਨੂੰ ਮਨ ਜਿੱਥੇ ਵੀ ਲਗਾਉਂਦਾ ਹੈ ਤੇ ਉਸੇ ਪਾਸੇ ਉਹ ਤੁਰ ਪੈਂਦਾ ਹੈ। ਤੇ ਇਸ ਤਰ੍ਹਾਂ ਜਿਸ ਪਾਸੇ ਵੀ ਭੋਗਣਾ ਤਨ ਨੇ ਹੈ, ਉਹਦੀ ਜਿਹੜੀ ਡਰਾਈਵ ਫੋਰਸ ਹੈ ਉਹ ਮਨ ਦੀ ਹੈ। ਇਹ ਸਾਰੀ ਚੀਜ਼ਾਂ ਅਸੀਂ ਡਿਸਕਸ ਕਰ ਚੁੱਕੇ ਸੀਗੇ। ਤੇ ਅਖੀਰਲੀ ਪੰਕਤੀ ਜਿਹੜੀ ਆਪਾਂ ਰਹਿੰਦੀ ਸੀ, ਐਕਸਕਿਊਜ਼ ਮੀ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਗੁਣ ਨਿਧਾਨ ਸਾਹਿਬ ਮਨ ਮੇਲਾ, ਸ਼ਰਨ ਪਿਆ ਨਾਨਕ ਸੁਹੇਲੇ। ਇਹਦੇ ਵਿੱਚ ਇੱਕ ਜਿਹੜਾ ਮੇਲਾ ਸ਼ਬਦ ਹੈ, ਹੁਣ ਮੇਲਾ ਮੈਂ ਸੋਚਦਾ ਸੀਗਾ ਕਿ ਮੇਲਾ ਕੀ ਚੀਜ਼ ਹੈ, ਤੇ I have heard, ਮੈਂ ਕਦੀ ਦੇਖਿਆ ਵੀ ਹੈ ਔਰ but I heard it, ਕਿ ਜਿਸ ਵੇਲੇ ਗਾਂ ਨੂੰ ਚੋਣਾ ਹੁੰਦਾ ਹੈ ਜਾਂ ਮੱਝ ਨੂੰ ਚੋਣਾ ਹੁੰਦਾ ਹੈ ਤੇ ਕਈ ਵਾਰੀ ਉਹ ਕੀ ਹੁੰਦਾ ਹੈ, ਦੋਧੀ ਨੇ ਜਦੋਂ ਉਹਨੂੰ ਚੋਣਾ ਹੈ ਤੇ ਉਹ ਵਾਪਸ ਆ ਜਾਂਦਾ, ਕਹਿੰਦਾ ਵੀ ਗਾਈ ਮਿਲੀ ਨਹੀਂ। ਮੈਂ ਉਸ ਵੇਲੇ ਇਸ ਦਾ ਮਤਲਬ ਨਹੀਂ ਸਮਝ ਸਕਿਆ ਵੀ ਗਾਂ ਮਿਲੀ ਕਿਉਂ ਨਹੀਂ। ਫਿਰ ਉਹਦਾ ਇੱਕ ਇਲਾਜ ਹੁੰਦਾ ਕਿ ਉਹ ਜਿਹੜਾ ਬਛੜਾ ਹੁੰਦਾ ਗਾਂ ਦਾ, ਉਹ ਥੋੜੀ ਦੇਰ ਦੁੱਧ ਕੱਢਣ ਤੋਂ ਪਹਿਲਾਂ ਉਹ ਬਛੜੇ ਨੂੰ ਹੈਵ ਟੂ ਟੇਕ ਦੈਟ ਮਿਲਕ, ਤਾਂ ਉਹ ਥਣਾਂ ਦੇ ਵਿੱਚ ਦੁੱਧ ਆਉਂਦਾ ਹੈ ਤੇ ਤਾਂ ਕਹਿੰਦੇ ਵੀ ਠੀਕ ਹੈ, ਗਾਂ ਮਿਲ ਗਈ ਜਾਂ ਮੱਝ ਮਿਲ ਗਈ ਤਾਂ ਇਹ ਚੋਣ ਜੋਗੀ ਹੋ ਗਈ। ਤੇ ਬਾਕੀ ਦਾ ਦੁੱਧ ਜਿਹੜਾ ਬਛੜਾ ਛੱਡ ਦਿੰਦਾ ਹੈ ਤੇ ਦੈਨ ਉਹ ਦੁੱਧ ਅਸੀਂ ਕੱਢਦੇ ਹਾਂ। ਤੇ ਅਗਰ ਇਸੇ ਨੂੰ ਥੋੜਾ ਹੋਰ ਡੀਪ ਦੇਖੀਏ ਕਿ ਇਸ ਤਰ੍ਹਾਂ ਦਾ ਕਮਿਟਮੈਂਟ, ਉਸ ਤਰ੍ਹਾਂ ਦਾ ਮਿਲਣਾ ਕਿ ਮੇਰਾ ਪ੍ਰਭੂ ਜੀ ਦੇ ਨਾਲ ਹੈ, is that a male of a same kind, ਜਾਂ ਮੈਂ ਸਿਰਫ ਉੱਤੋਂ ਹੀ ਜਾ ਕੇ ਮੈਂ ਮੱਥਾ ਟੇਕਦਾ ਜਾਂ ਉੱਤੋਂ ਹੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਰਦਾ। ਕੀ ਮੇਰੇ ਦਿਲ ਦੇ ਵਿੱਚ ਉਸ ਪ੍ਰਭੂ ਨੂੰ ਮਿਲਣ ਦੀ ਜਿਹੜੀ ਤਾਂਘ ਹੈ ਉਹ ਇੰਨੀ ਹੈ ਕਿ ਜਿਸ ਤਰ੍ਹਾਂ ਉਹ ਦੁੱਧਾਂ ਥਣਾਂ ਦੇ ਵਿੱਚ ਦੁੱਧ ਨਹੀਂ ਆਇਆ ਬਛੜੇ ਤੋਂ ਬਗੈਰ, ਮਤਲਬ ਇਸ ਤਰ੍ਹਾਂ ਦਾ ਮਿਲਾਪ ਜਾਂ ਇਸ ਤਰ੍ਹਾਂ ਦਾ ਵਿਛੋੜਾ ਕੀ ਉਹ ਤਾਂਘ ਮੇਰੀ ਗੁਰੂ ਜੀ ਨਾਲ ਬਣੀ ਹੋਈ ਹੈ। ਇਹ ਮੈਂ ਸੋਚਦਾ, ਪਰ ਮੇਰੀ ਤੇ ਨਹੀਂ ਬਣੀ, ਜਿਨ੍ਹਾਂ ਦੀ ਬਣੀ ਹੈ ਵਡਭਾਗੀ ਹੈ। ਗਾਂ ਇੱਕ ਹੈਗਾ ਕਿ ਸ਼ਰਨ ਪਿਆ ਨਾਨਕ ਸੁਹੇਲਾ। ਅਗਰ ਤੁਸੀਂ ਇਹ ਸੁਹੇਲੇ ਨੂੰ ਪੜ੍ਹੋਗੇ, ਇੱਥੇ ਦੋ ਲਾਵਾਂ ਲੱਗੀਆਂ, ਇੱਕ ਤੇ ਲੱਗੀ ਹੈ ਔਂਕੜ ਤੇ ਇੱਕ ਲੱਗੀ ਹੈ ਉੱਤੇ ਹੋੜਾ ਕਹਿੰਦੇ ਆ, ਆਈ ਥਿੰਕ ਹੋੜਾ। ਸੋ ਇਹਨੂੰ ਅਗਰ ਪੜ੍ਹਨਾ ਹੋਵੇ ਤੇ ਅਸੀਂ ਕਿੱਦਾਂ ਪੜ੍ਹਾਂਗੇ? ਇਹਨੂੰ ਸੁਹੇਲਾ ਕਹਾਂਗੇ ਜਾਂ ਸੁਹੇਲਾ ਕਹਾਂਗੇ? that I will ask later. I think ਥੋੜਾ ਵਿਆਕਰਣ ਪੱਖੋਂ ਹੈ। I think ਇਹਨੂੰ ਸੁਹੇਲਾ ਪੜਾਂਗੇ। ਤੇ ਸੁਹੇਲਾ ਯਾਨੀ ਕਿ ਜਿਸ ਤਰ੍ਹਾਂ let me interrupt here. ਇਹ ਜਿਹੜਾ ਸੁਹੇਲਾ, ਜਦੋਂ ਵੀ ਦੋ ਮਾਤਰਾ ਵਾਲੇ ਅੱਖਰ ਆਉਂਦੇ ਆ ਗੁਰਬਾਣੀ ਦੇ ਵਿੱਚ, ਤੇ ਉਹਦਾ ਜਨਰਲੀ ਉਹ ਵਜ਼ਨ ਦੀ ਪੂਰਤੀ ਦੇ ਲਈ ਕੀਤੇ ਗਏ ਹੁੰਦੇ ਆ। ਹੁਣ ਇੱਥੇ ਐਕਚੁਅਲ ਲਫ਼ਜ਼ ਜਿਹੜਾ ਹੈ
ਉਹ ਸੁਹੇਲਾ ਹੈ। ਸੁਹੇਲਾ ਕਹਿਣ ਕਹਾਵਣ ਵਿਖਮ ਤੇਰਾ ਭਾਵਨ, ਪਰ ਵਜ਼ਨ ਕਿਉਂਕਿ ਘਟਦਾ ਹੈ ਸੁਹੇਲਾ ਕਹਿਣ ਦੇ ਨਾਲ, ਤੇ ਇਹਨੂੰ ਐਕਸਕਿਊਜ਼ ਮੀ, ਇਹਨੂੰ ਪੜਾਂਗੇ ਸੋਹੇਲਾ, ਪਰ ਮਹਿਣਾ ਇਹਦਾ ਸੁਹੇਲਾ ਹੈ ਜੀ। ਜੀ ਚਲੋ। ਥੈਂਕ ਯੂ। ਤੇ ਐਂਡ ਦੇ ਵਿੱਚ ਕਿ ਵੀ ਗੁਰੂ ਨੇ ਮੇਰੇ ਅਨੇਕਾਂ ਜਿਹੜੇ ਪਾਪ ਮੈਂ ਕੀਤੇ ਹੋਏ ਆ, ਉਹ ਜਿਹੜੇ ਪਾਪ ਹੈ, ਮਾਇਆ ਦੇ ਹੈ, ਬੰਧਨ ਹੈ, ਇਹ ਸਾਰੇ ਮੇਰੇ ਬੰਧਨ ਕੱਢ ਦਿੱਤੇ ਹੈ ਤੇ ਮੈਨੂੰ ਨਿਰਭਉ ਕਰ ਦਿੱਤਾ ਹੈ, ਮੈਨੂੰ ਆਜ਼ਾਦ ਕਰ ਦਿੱਤਾ ਹੈ। ਉਹ ਆਜ਼ਾਦ ਨਾਮ ਦੀ ਬਖਸ਼ਿਸ਼ ਦੇ ਨਾਲ ਮੈਂ ਨਿਰਭਉ ਹੋ ਗਿਆ। ਮੇਰੇ ਅੰਦਰ ਕੋਈ ਡਰ ਨਹੀਂ ਹੈ, ਮੇਰੇ ਉੱਤੇ ਕੋਈ ਭਾਰ ਨਹੀਂ ਹੈ। ਤੇ ਜਦੋਂ ਕਹਿੰਦੇ ਵੀ ਫਲਾਈ ਫ੍ਰੀ, ਜਦੋਂ ਤੁਹਾਡਾ ਬੈਗੇਜ ਘੱਟ ਹੋ ਜਾਂਦਾ ਹੈ ਤੇ ਯੂ ਕੈਨ ਫਲਾਈ ਹਾਈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਕਿ ਮੇਰੀ ਜਿਹੜੀ ਨੌਕਾ ਹੈ ਕਿ ਉਹ ਬੁੱਢੀ ਹੋ ਚੁੱਕੀ ਹੈ, ਔਰ ਬੁੱਢੀ ਹੋਣ ਤੋਂ ਬਾਵਜੂਦ ਉਹਦੇ ਅੰਦਰ ਫੂਕੇ ਛੇਕ ਹਜ਼ਾਰ, ਉਹਦੇ ਅੰਦਰ ਹਜ਼ਾਰਾਂ ਛੇਕ ਪੈਦਾ ਹੋ ਗਏ ਹੈ। ਤੇ ਉਸ ਤੋਂ ਬਾਅਦ ਮੈਂ ਪਾਪਾਂ ਦੀ ਜਿਹੜੀ ਗਠਰੀ ਹੈ, ਹੋਰ ਪੱਥਰ ਮੈਂ ਪਾਏ ਹੋਏ ਹੈ, ਹੋਰ ਮੈਂ ਭਾਰ ਰੱਖਿਆ ਹੈ। ਤੇ ਜਦੋਂ ਮੇਰੀ ਨੌਕਾ ਹੈ ਉਹਦੇ ਵਿੱਚ ਆਲਰੇਡੀ ਮੋਰੀਆਂ ਹੋਈਆਂ ਪਈਆਂ, ਤੇ ਉਸ ਤੋਂ ਬਾਅਦ ਮੈਂ ਹੋਰ ਭਾਰ ਮੈਂ ਪਾਈ ਜਾਵਾਂ, ਤੇ ਉਹ ਨੌਕਾ ਨੇ ਡੁੱਬਣਾ ਹੀ ਡੁੱਬਣਾ ਹੈ। ਤੇ I don't remember that right way. ਕਬੀਰ ਬੇੜਾ ਜਰਜਰਾ, yes, ਕਬੀਰ ਬੇੜਾ ਜਰਜਰਾ ਫੂਕੇ ਛੇਕ ਹਜ਼ਾਰ, ਹਿਰਵੇ ਹਿਰਵੇ ਤਿਰ ਗਏ ਭੌਰੇ ਨਿਕਸੇ ਪਾਰ। ਤੇ ਉਹ ਦਿਸ ਇਜ਼ ਦ ਸੇਮ ਕਨਸੈਪਟ ਕਿ ਗੁਰੂ ਨੇ ਜਦੋਂ ਮੇਰੇ ਬੰਧਨ ਕੱਟ ਦਿੱਤੇ ਹੈ, ਯਾਨੀ ਕਿ ਇੱਕ ਪਿੰਜਰੇ ਦੇ ਵਿੱਚ ਤੋਤਾ ਬੱਝਾ ਹੈ ਜਾਂ ਪੰਛੀ ਹੈਗਾ, ਤੇ ਇੱਕ ਆਜ਼ਾਦ ਉਡਾਰੀਆਂ ਲਾ ਰਿਹਾ ਹੈਗਾ, ਤੇ ਉਹਦੇ ਉੱਤੇ ਕੋਈ ਭਾਰ ਨਹੀਂ ਹੈ, ਕੋਈ ਬੰਧਨ ਨਹੀਂ ਹੈ, ਕੋਈ ਉਹਦੇ ਉੱਤੇ ਰੋਕ ਨਹੀਂ ਹੈ, ਕੋਈ ਟੋਕ ਨਹੀਂ ਹੈ। ਉਹ ਜਦੋਂ ਮਰਜ਼ੀ ਉੱਡੇ, ਜਦੋਂ ਮਰਜ਼ੀ ਜਾਏ, ਜਿੱਥੇ ਮਰਜ਼ੀ ਬੈਠੇ, ਜੋ ਮਰਜ਼ੀ ਖਾਏ। ਤੇ ਇਸ ਤਰ੍ਹਾਂ ਦੀ ਸੁਤੰਤਰਤਾ, ਇਸ ਤਰ੍ਹਾਂ ਦੀ ਆਜ਼ਾਦੀ ਮੇਰਾ ਗੁਰੂ ਮੈਨੂੰ ਦੇ ਸਕਦਾ ਹੈ। ਤੇ ਉਹ ਘੁੱਪ ਹਨੇਰੇ ਦੇ ਵਿੱਚੋਂ ਮੈਨੂੰ ਬਾਂਹ ਫੜ ਕੇ ਕੱਢ ਦਿੰਦਾ ਹੈ, ਤੇ ਮੇਰੇ ਵਿਕਾਰਾਂ ਤੋਂ ਮੇਰਾ ਛੁਟਕਾਰਾ ਕਰਾ ਦਿੰਦਾ ਹੈ। ਤੇ ਜਦੋਂ ਮੈਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਤੇ ਮੈਨੂੰ ਪ੍ਰਮਾਤਮਾ ਜਦੋਂ ਆਪ ਮੈਨੂੰ ਹੱਥ ਦੇ ਕੇ ਫੜਦਾ ਹੈ, ਤੇ ਫਿਰ ਮੇਰੇ ਸਾਰੇ ਬੰਧਨ ਕੱਟੇ ਜਾਂਦੇ ਹੈ। ਤੇ ਉਸ ਤੋਂ ਬਾਅਦ ਮੈਨੂੰ ਫਿਰ ਸ਼ਰਨ ਪਿਆ ਹੀ, ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਗੁਰੂ ਨਾਨਕ ਦੇਵ ਜੀ ਨੇ ਆਪਣਾ ਸੌਰੀ, ਇਹ ਮਹਿਲੇ ਪੰਜਵੇਂ ਦਾ ਸ਼ਬਦ ਹੈ, ਐਕਸਕਿਊਜ਼ ਮੀ ਫॉर ਪਾਰਡਨ ਮੀ, ਲੇਕਿਨ ਕਿ ਫਿਰ ਸ਼ਰਨ ਪਿਆ ਨਾਨਕ ਸੋਹੇਲਾ। ਜਦੋਂ ਮੈਂ ਫਿਰ ਪ੍ਰਮਾਤਮਾ ਦੀ ਸ਼ਰਨ ਪੈਂਦਾ ਹਾਂ, ਤੇ ਫਿਰ ਮੈਨੂੰ ਸੋਹੇਲਾ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਥੈਂਕ ਯੂ ਜੀ, ਨਾਈਸ ਅਟੈਂਪਟ, ਔਰ ਬੜਾ ਚੰਗਾ ਤੁਸੀਂ ਖੋਜ ਕਰਕੇ, ਤੇ ਚੰਗਾ, ਇਹ ਸਾਨੂੰ ਚੰਗਾ ਵੀ ਲੱਗਦਾ ਵੀ ਚਲੋ ਇਸ ਬਹਾਨੇ ਢਿੱਡ 'ਚ ਲੱਤ ਵੱਜੇਗੀ ਤੇ ਅਸੀਂ ਸਿੱਧੇ ਹੋਵਾਂਗੇ। ਇਸ ਤਰ੍ਹਾਂ ਸਾਰੇ ਜਣੇ, ਸਾਡੀ ਲੋੜ ਹੀ ਨਹੀਂ ਰਹਿਣੀ ਚਾਹੀਦੀ। ਦੇਖੋ ਕਾਰ ਸਿੰਘ ਦੀ ਸ਼ਕਲ ਵੀ ਨਹੀਂ ਨਜ਼ਰ ਆ ਰਹੀ ਵਿਚਾਰੇ ਦੀ। ਕਾਲੀ ਕੋਈ ਗੱਲ ਨਹੀਂ ਯਾਰ, ਬੰਦਿਆਂ ਨੂੰ ਬੋਲਣਾ ਹੀ ਆਪਣੇ ਨਾ ਵੀਰਾਂ ਨੇ। ਆਪਾਂ ਇਸੇ ਤਰ੍ਹਾਂ ਹੀ, ਕਿਉਂਕਿ ਅਸੀਂ ਸਾਰੇ ਸਿੱਖਣ ਆਉਂਦੇ ਹਾਂ, ਇਸ ਕਰਕੇ ਅਸੀਂ ਇਸੇ ਤਰ੍ਹਾਂ ਹੀ ਰੰਗ ਲਾਗਤ। ਪਰਮਜੀਤ ਜੀ, ਤੁਸੀਂ ਐਕਚੁਅਲੀ ਉਹਨਾਂ ਨੇ ਤੁਹਾਡਾ ਬਿਸਮਿਲ੍ਲਾ ਦੀ ਡਿਊਟੀ ਲਾਤੀ, ਤੇ ਉਹ ਗੱਲ ਵਿੱਚ ਹੀ ਰਹਿ ਗਈ ਤੁਹਾਡੀ, ਤੇ ਹੈ ਨਾ। She's on mute. No, she's on mute. ਹਾਂਜੀ, मैं भी करने ਜੀ जी, ਸੌਰੀ, मैं करने ਕਿਹਾ ਸੀਗਾ ਪਿਛਲੀ ਵਾਰੀ, ਮੈਨੂੰ ਪਤਾ ਨਹੀਂ if you feel prepared ਨਾ, ਹੋਰ ਕਿਸ ਆਖਿਆ ਸੀ ਮੈਨੂੰ ਯਾਦ ਨਹੀਂ। ਪ੍ਰਦੀਪ ਜੀ, ਚਲੋ ਪਰਮਜੀਤ ਜੀ ਨੂੰ ਸੁਣ ਲਈਏ, ਫਿਰ ਅੱਗੇ ਸੁਣਾਂ। Okay. ਸੋ ਜਿਰਹਾਉ ਦੀ ਪੰਕਤੀ ਤੋਂ ਸ਼ੁਰੂ ਕਰੀਏ। ਸਤਿਗੁਰ ਮੇਰਾ ਸਦਾ ਦਿਆਲਾ, ਮੋਏ ਦੀਨ ਕੋ ਰਾਖ ਲਿਆ, ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦਿਆ। ਸੋ ਇੱਥੇ ਪੰਜਵੇਂ ਪਾਤਸ਼ਾਹ ਸਾਨੂੰ ਕਹਿੰਦੇ ਕਿ ਮੇਰਾ ਵਾਹਿਗੁਰੂ, ਮੇਰਾ ਸਤਿਗੁਰੂ, ਮੇਰਾ ਮਾਲਿਕ ਹਮੇਸ਼ਾ ਹੀ ਦਿਆਲਾ ਹੈ। ਇਹ ਉਹਦਾ ਇੱਕ ਸੁਭਾਅ ਹੈ। ਉਹ ਦਇਆਵਾਨ ਹੈਗਾ। ਜਿਸ ਤਰ੍ਹਾਂ ਉਹਦਾ
ਸੁਭਾਅ ਹੈਗਾ ਕਿ ਨਿਰਭਉ ਹੈ, ਨਿਰਵੈਰ ਹੈ, ਕਰਤਾ ਪੁਰਖ ਹੈ, ਉਹ ਦਿਆਲ, ਉੱਥੇ ਉਹ ਦਿਆਲਾ ਵੀ ਹੈ। ਉਹਨੇ ਮੈਨੂੰ ਮੇਰੇ ਦੀਨ ਜੇ ਨੂੰ, ਮੈਨੂੰ ਇਸ ਕੰਗਾਲ ਨੂੰ, ਇਸ ਨੂੰ ਰੋਗਾਂ ਤੋਂ ਬਚਾ ਕੇ ਮੇਰੇ ਜਿੰਨੇ ਵੀ ਰੋਗ, ਜਿਤਨੇ ਵੀ ਮੇਰੇ ਔਗਣ ਜਾਂ ਜਿਹੜੇ ਮੇਰੇ ਵਿਕਾਰ ਹੈਗੇ, ਸਾਰੇ ਉਨ ਰੋਗਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਦ੍ਰੋਹ, ਸਭ ਕੁਛ ਮੈਨੂੰ ਰੋਗਾਂ ਤੋਂ ਬਚਾ ਲਿਆ ਤੇ ਮੈਨੂੰ ਬਚਾ ਕੇ ਮੈਨੂੰ ਨਾਮ ਨਾਲ ਬਖਸ਼ਿਆ। ਮੈਨੂੰ ਉਹਨੇ ਆਪਣੇ ਅੰਦਰ ਮੈਨੂੰ ਰੂਹ ਜਗਾਉਣ ਵਾਲੀ, ਮੇਰੀ ਆਤਮਾ ਨੂੰ ਜਗਾਉਣ ਵਾਲੀ, ਮੈਨੂੰ ਉਸ ਅੰਮ੍ਰਿਤ ਦਾ ਨਾਮ ਮੇਰੇ ਵਿੱਚ ਪਾ ਦਿੱਤਾ, ਜਿਸ ਦੇ ਨਾਲ ਮੇਰੇ ਸਾਰੇ ਰੋਗ ਦੂਰ ਹੋ ਗਏ। ਜਿਸ ਤਰ੍ਹਾਂ ਬਾਣੀ ਚ ਆਂਦਾ ਵੀ ਹੈ ਕਿ ਸਰਬ ਰੋਗ ਕਾ ਔਖਦ ਨਾਮ। ਤੇ ਮੈਨੂੰ ਇਹ ਸਮਝ ਵੀ ਆ ਗਈ ਹੈ ਕਿ ਇਹ ਮੈਨੂੰ ਕਰਨਾ ਹੈ, ਤੇ ਮੈਨੂੰ ਹੋਰ ਗਿਆਨ, ਇੱਥੋਂ ਵੀ ਗਿਆਨ ਲੈ ਕੇ ਵੀ ਮੈਨੂੰ ਹੋਰ ਕੀ ਸਮਝਣਾ ਹੈ ਕਿ ਉਹ ਵਾਹਿਗੁਰੂ ਹੈ, ਉਹ ਪਾਰ ਬ੍ਰਹਮ, ਉਹ ਦਿਆਲਾ, ਉਹ ਮੇਰੀਆਂ ਸਾਰੀਆਂ ਗਲਤੀਆਂ, ਮੇਰੀਆਂ ਭੁੱਲਾਂ ਚੁਕਾ ਨੂੰ ਨਹੀਂ ਚੁਤਾਰਦਾ, ਮੈਨੂੰ ਬਖਸ਼ ਦਿੰਦਾ ਹੈ। ਔਰ ਮੈਨੂੰ ਆਪਣਾ ਬਾਰਕ ਜਾਣ ਕੇ, ਆਪਣਾ ਸਮਝ ਕੇ ਮੈਨੂੰ ਗਲੇ ਨਾਲ ਲਗਾ ਲੈਂਦਾ ਹੈ। ਜਿਸ ਤਰ੍ਹਾਂ ਜੈਸਾ ਬਾਲਕ ਬਾਏ ਸੁਬਾਏ ਲੱਖ ਅਪਰਾਧ ਕਮਾਏ, ਕਰ ਉਪਦੇਸ਼ ਛਿੜਕੇ ਬਾਤੀ ਬਹੁਤ ਪਿਤਾ ਗੱਲਾਵੇ, ਉਸ ਤਰ੍ਹਾਂ ਹੀ ਬਖਸ਼ ਕੇ ਮੇਰੇ ਸਾਰੇ ਰੋਗਾਂ ਨੂੰ ਦੂਰ ਕਰਕੇ ਮੈਨੂੰ ਆਪਣੇ ਨਾਲ ਲਗਾ ਲੈਂਦਾ ਹੈ। ਮੇਰਾ ਸਤਿਗੁਰੂ, ਮੇਰਾ ਵਾਹਿਗੁਰੂ ਮੈਨੂੰ ਪਾਪਾਂ ਤੋਂ, ਰੋਗਾਂ ਤੋਂ, ਵਿਕਾਰਾਂ ਤੋਂ ਬਚਣ ਨਾਲ ਉਹ ਇਸ ਕੂਪ ਹਨੇਰੇ ਤੋਂ, ਇਸ ਭਵ ਸਾਗਰ ਤੋਂ ਮੇਰੀ ਬਾਂਹ ਪਕੜ ਕੇ ਮੈਨੂੰ ਕੱਢ ਲੈਂਦਾ ਹੈ। ਮੈਨੂੰ ਆਪਣੀ ਸ਼ਰਨ ਵਿੱਚ ਲੈ ਲੈਂਦਾ ਹੈ, ਮੈਨੂੰ ਉਹਦੇ ਹੁਕਮ ਵਿੱਚ ਰਹਿਣਾ ਸਿਖਾ ਦਿੰਦਾ ਹੈ। ਜਿਸ ਤਰ੍ਹਾਂ ਬਾਣੀ ਚ ਕਈ ਜਗ੍ਹਾ ਦੇ ਅੰਮ੍ਰਿਤ ਨਾਮ ਜਪਿਓ, ਜਪ ਰਸਨਾ ਅਮੋਲ ਦਾਸ ਕਰ ਲੀਨੋ, ਆਪਣਾ ਸਤਗੁਰ ਕੀਨੋ ਪਰਉਪਕਾਰ, ਕਾਢ ਲੀਨ ਸਾਗਰ ਸੰਸਾਰ। ਫਿਰ ਸੋਰਠ ਮਹਲਾ ਪੰਜਵਾਂ ਵੀ ਜਿਸ ਤਰ੍ਹਾਂ ਮੈਂ ਦੇਖ ਰਹੀ ਸੀ, ਆਂਦੇ ਦੀਨ ਦਿਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ, ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸ਼ਰਨਾਈ। ਫਿਰ ਉਹਦੇ ਗੁਣ, ਉਹ ਗੁਣ ਮੇਰੇ ਚ ਆ ਜਾਂਦੇ। ਜਿਸ ਤਰ੍ਹਾਂ ਉਹ ਨਿਰਭਉ ਹੈ, ਉਹ ਨਿਰਭਉ ਦਾ ਗੁਣ ਵੀ ਮੇਰੇ ਵਿੱਚ ਆ ਜਾਂਦਾ ਜਦ ਮੈਂ ਉਹਦੀ ਸ਼ਰਨ ਚ ਆ ਜਾਂਦਾ। ਤੇ ਵਾਹਿਗੁਰੂ ਜਦ ਸਾਨੂੰ ਮੇਰੀ ਦਾਤ ਦਿੰਦੇ ਹੈ, ਵਿਚਾਰਾਂ ਤੋਂ ਬਚਾ ਕੇ ਹਰ ਕਿਸਮ ਦਾ ਮੇਰਾ ਡਰ ਵੀ ਮੁੱਕ ਜਾਂਦਾ ਹੈ। ਇਸ ਗੁਣਾਂ ਦੇ ਖਜ਼ਾਨੇ ਵਾਲਾ ਵਾਹਿਗੁਰੂ ਜਦ ਉਹਦੇ ਸਾਰੇ ਗੁਣ ਅੰਦਰ ਮੇਰੇ ਆ ਜਾਂਦੇ ਹਨ, ਉਹਦੇ ਨਾਲ ਮੈਂ ਫਿਰ ਇੱਕਮਿਕ ਹੋ ਜਾਂਦਾ, ਮੇਰਾ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਮੈਂ ਸੌਖਾ, ਮੈਂ ਸੁਹੇਲਾ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Nicely done. ਇਸੇ ਤਰ੍ਹਾਂ ਆਪਾਂ ਹੌਲੀ ਹੌਲੀ ਆਪਣਾ ਝਾਕਾ ਉਤਾਰ ਸਕਦੇ ਹਾਂ। Anyone else ਜਿਨ੍ਹਾਂ ਕੋਈ ਤਿਆਰੀ ਕੀਤੀ ਹੈ ਜੀ? ਪ੍ਰਦੀਪ ਜੀ, ਹਰਪ੍ਰੀਤ ਜੀ, ਮੋਨੀ ਜੀ। मैं खाली ये बोलूंगा कि इस पूरे शब्द की हर एक पंक्ति उस उयो बंदा लाइक समझ सकता है, बोल सकता है जिसने सरेंडर कर दिता है परमात्मा दे अगे, जिसने उसकी वड्याई नूं समझिया ते अपने हामे नूं मार के अंडरस्टूड कि जो परमात्मा है, जो सब कुछ होया परमात्मा दी ही रहमत है, सब कुछ परमात्मा दी ही है। अदरवाइज इस तरह असी सोच भी नहीं सकते कि असी इस तरह अपने दिमाग में सोचिए कि साडी भुल चुक माफ करके उसने माफ की है, अपने सानू बख्शेगा या मेरे दीन नू रख लेगा, या मेरा पाप, मेरा रोग कट जाएगा। Unless and until I believe, I have full faith in him, 100% surrender करके। जी कर सिंह जी, let us sum up। मैं पिछले 2 हफ्ते करता रहा तो मैं चल अज मैंने छुट्टी दे देंगे। चलो जिस तरह तुहाडी श्रद्धा होवे दसो। थोड़ी मैं गल करनी चाहता
ਤੇ ਅੱਜ ਇਹ ਛੁੱਟੀ ਤੇ ਨਾ ਹੋਈ ਨਹੀਂ ਮਾੜਾ ਮਾੜਾ ਜਿਹਾ ਜਿਹਾ ਮੈਂ ਬਿਜ਼ਨਸਮੈਨ ਕੰਮ ਤੇ ਚਲਾ ਜਾਏ ਪਾਰਟਿਸਿਪੇਟ ਤੇ ਫਿਰ ਸਾਰੀ ਦਿਹਾੜੀ ਲੱਗ ਜਾਂਦੀ ਹੈ ਜੀ। ਪਾਰਟਿਸਿਪੇਟ ਕਰਦੇ ਹਾਂ ਮਾੜਾ ਜਿਹਾ। ਠੀਕ ਹੈ। ਹਾਂਜੀ ਜਿਹੜੀ ਖਿਰਲੀ ਪੰਕਤੀ ਆ, ਸ਼ਰਨ ਪਿਆ ਨਾਨਕ ਸੁਹੇਲਾ। ਹੁਣ ਮੈਂ ਆਪਣੇ ਵੱਲ ਵੇਖਾਂ ਕਿ ਕੀ ਮੈਂ ਸੁਹੇਲਾ ਵਾਂ, ਤੇ ਜੇ ਮੈਂ ਸੁਹੇਲਾ ਨਹੀਂ ਤੇ ਹੋ ਸਕਦਾ ਮੈਂ ਸ਼ਰਨ ਹੀ ਨਹੀਂ ਪਿਆ। ਤੇ ਜੇ ਮੈਂ ਸੁਹੇਲਾ ਹੋਣਾ ਵਾ ਤੇ ਮੈਨੂੰ ਗੁਰੂ ਤੇ ਗੁਰੂ ਤੇ ਮੇਰਾ ਫੋਕਸ ਤੇ ਮੇਰੀ ਫੇਥ ਤੇ ਮੇਰਾ ਜਿਹੜਾ ਅਨਰੋਕੇਬਲ ਟਰਸਟ ਆ, ਉਹ ਮੈਂ ਗੁਰੂ ਤੇ ਲਿਆਵਾਂ। ਤੇ ਟਰਸਟ ਲਿਆਉਣ ਦਾ ਮਤਲਬ ਹੈ ਕਿ ਜੋ ਗੁਰੂ ਦਾ ਉਪਦੇਸ਼ ਆ ਮੈਂ ਉਹਨੂੰ ਇਨ ਬਿਨ ਮੰਨਾਂ, ਤੇ ਫਿਰ ਜਾ ਕੇ ਮੈਂ ਸੁਹੇਲਾ ਹੋ ਸਕਦਾ। ਸੁਹੇਲਾ ਇਹ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਮੇਰੇ ਕੋਲ ਬੜੇ ਪੈਸੇ ਆ ਗਏ ਆ, ਮੇਰੇ ਘਰ ਏਅਰ ਕੰਡੀਸ਼ਨ ਆ, ਮੈਨੂੰ ਗਰਮੀ ਨਹੀਂ ਲੱਗਦੀ, ਠੰਡ ਆ ਤੇ ਹੀਟ ਆਨ ਕੀਤੀ ਆ। ਇਹ ਸੁਹੇਲਾ ਮੈਂ ਸਮਝਦਾ ਵੀ ਇੱਕ ਉਹ ਅਵਸਥਾ ਵਾ ਜਿੱਥੇ ਮਨੁੱਖ ਇਹ ਜਿਹੜੇ ਬੰਧਨ ਨੇ ਜਾਂ ਜਿਹੜੇ ਵਕਾਰ ਨੇ ਉਹਨਾਂ ਪ੍ਰਤੀ ਇਹ ਸੁਚੇਤ ਹੋ ਜਾਂਦਾ। ਤੇ ਸੁਚੇਤ ਹੋਣ ਦਾ ਕਾਰਨ ਇਹਦਾ ਇਹ ਹੁੰਦਾ ਕਿ ਗੁਰੂ ਨੇ ਇਹਨੂੰ ਸੁਪਰੀਮ ਵਿਜ਼ਡਮ ਦਿੱਤੀ ਹੈ, ਵਿਜ਼ਡਮ ਦੇ ਦਿੰਦਾ ਜਦੋਂ ਗੁਰੂ ਦਿਆਲ ਹੁੰਦਾ ਵਾ। ਤੇ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਵੀ ਇੱਥੇ ਸੀਗਾ ਵੀ ਕੀ ਹੋਇਆ ਵੀ ਕਾਰਜ ਸਗਲ ਸਵਾਰੇ। ਹੁਣ ਦੇਖੋ ਵੀ ਜੇ ਕਿਸੇ ਮਨੁੱਖ ਦੇ ਸਾਰੇ ਕੰਮ ਠੀਕ ਹੁੰਦੇ ਆ, ਕੀ ਕੋਈ ਮਿਰਕਲ ਕਰ ਦਿੰਦਾ ਗੁਰੂ ਸਾਹਿਬ ਕਿ ਆ ਤੈਨੂੰ ਮੈਂ ਇੱਕ ਬੂਟੀ ਦੇਣਾ ਵਾ ਜਾਂ ਮੈਂ ਤੈਨੂੰ ਇੱਕ ਕਾਗਜ਼ ਤੇ ਲਿਖ ਕੇ ਦੇਣਾ ਵਾ ਕਿ ਅੱਜ ਤੋਂ ਤੇਰਾ ਕੰਮ, ਸਾਰੇ ਜਿਹੜੇ ਤੇਰੇ ਕੰਮ ਨੇ ਉਹ ਸੂਤਰ ਹੋਣਗੇ, ਤੂੰ ਕਾਮਯਾਬ ਹੋਏਗਾ। ਤੇ ਮੈਂ ਦੇਖਦਾ ਵੀ ਜੇ ਕਿਸੇ ਮਨੁੱਖ ਦੇ ਕਾਰਜ ਸਗਲ ਸਵਾਰੇ ਹੋਣੇ ਆ ਤੇ ਉਹਦੇ ਕੋਲ ਇੱਕ ਚੀਜ਼ ਚਾਹੀਦੀ ਹੈ, which is the most precious thing in this world, which is a wisdom। ਹਾਂਜੀ, ਸੋ ਜਿਸ ਮਨੁੱਖ ਨੂੰ ਗੁਰੂ ਵਿਜ਼ਡਮ ਦੇ ਕੇ, ਸੂਝ ਦੇ ਕੇ, ਵਿਵੇਕ ਬੁੱਧ ਸਤਿਗੁਰੂ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਦੋਂ ਮਨੁੱਖ ਨੂੰ ਇਹ ਵਿਵੇਕ ਬੁੱਧ ਮਿਲਦੀ ਆ ਤੇ ਫਿਰ ਉਹਨੂੰ ਉਹ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦੇ ਵਿੱਚ ਵਿਚਰੇ ਤੇ ਉੱਥੇ ਉਹ ਉਹ ਕਾਮਯਾਬ ਹੁੰਦਾ ਵਾ, ਭਾਵੇਂ ਅਧਿਆਤਮਿਕ ਹੋਵੇ ਭਾਵੇਂ ਸੰਸਾਰਕ ਹੋਵੇ। ਤੇ ਜੇ ਮੇਰੇ ਕੰਮ ਵਿਗੜੇ ਹੋਏ ਨੇ ਅੱਜ, ਤੇ ਹੋ ਸਕਦਾ ਮੈਂ ਸੂਝਵਾਨ ਹੀ ਨਾ ਹੋਵਾਂ, ਮੇਰੇ ਕੋਲ ਵਿਵੇਕ ਬੁੱਧੀ ਨਾ ਹੋਵੇ, ਮੈਂ ਬੜੇ ਤੁੱਕੇ ਲਾਉਂਦਾ ਹੋਵਾਂ। ਹਾਂਜੀ, ਤੇ ਗੁਰੂ ਸਾਹਿਬ ਕਹਿੰਦੇ ਵੀ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ। ਹਾਂਜੀ, ਤੇ ਜਿਉਂ ਭਾਵੇ ਤਿਵੇਂ ਚਲਾਏ ਜੀਓ, ਤੁਧ ਆਪੇ ਭਾਵੇ ਤਿਵੇਂ ਚਲਾਵੇ, ਸਭ ਤੇਰੇ ਸ਼ਬਦ ਸਮਾਏ ਜੀਓ। ਹੁਣ ਇਹ ਸ਼ਬਦ ਵਿੱਚ ਸਮਾਉਣਾ ਵਾ, ਇਹ ਗੁਰੂ ਦਾ ਜਿਹੜਾ ਸ਼ਬਦ ਆ, ਜਿਹੜਾ ਸਾਰਾ ਸ਼ਬਦ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ, ਇਹਦੇ ਵਿੱਚ ਸਮਾਉਣ ਵਾਸਤੇ ਮੈਨੂੰ ਕੀ ਕਰਨਾ ਪਏਗਾ ਕਿ ਜੇ ਮੈਂ ਇਸ ਸ਼ਬਦ ਨੂੰ ਆਪਣੇ ਦਿਮਾਗ ਵਿੱਚ, ਆਪਣੇ ਹਿਰਦੇ ਵਿੱਚ, ਇਹਦੇ ਫਿਲਸਫੇ ਨੂੰ, ਇਹਦੇ ਗਿਆਨ ਨੂੰ, ਇਹ ਤੋਂ ਪੈਦਾ ਹੋਈ ਵਿਜ਼ਡਮ ਨੂੰ ਆਪਣੇ ਅੰਦਰ ਮੈਂ ਲੈ ਆਵਾਂ, ਓਕੇ, ਤੇ ਫਿਰ ਮੇਰੇ ਕਾਰਜ ਸਗਲ ਸਵਾਰੇ ਜਿਹੜੇ ਹੋ ਜਾਣਗੇ। ਦੈਟਸ ਤੇ ਥਿੰਕ ਮੈਨੂੰ ਇਹ ਸਮਝ ਲੱਗੀ ਸੀ, ਪਰ ਮੈਂ ਸੁਹੇਲਾ ਨਹੀਂ ਗਾ ਕਿਉਂਕਿ ਮੈਂ ਸ਼ਰਨ ਨਹੀਂ ਪਿਆ। ਇਹ ਮੇਰੀ ਜਿਹੜੀ ਉਹ ਤਰਾਸਦੀ ਹੈ। ਥੈਂਕ ਯੂ। Thank you. Can I say something to that? Anji, please. So, ਕਾਰਜ ਸਗਲ ਸਵਾਰੇ ਜਾਂ ਮੇਰੇ ਜੇ ਕਾਰਜ ਕੋਈ ਠੀਕ ਨਹੀਂ ਹੋ ਰਹੇ, ਉਹ ਮੇਰੀ ਜਾਂ ਮੇਰੇ ਕੋਈ ਕਾਰਜ ਠੀਕ ਨਹੀਂ ਚੱਲ ਰਹੇ, ਉਹ ਮੇਰੀ ਬੁੱਧੀ ਦੇ ਹਿਸਾਬ ਨਾਲ। ਲੇਕਿਨ ਮੈਨੂੰ ਲੱਗਦਾ ਕਿ ਉਸ ਟਾਈਮ ਤੁਸੀਂ ਜਦ ਉਹਦੀ ਸ਼ਰਨ ਚ ਆ ਕੇ ਜਦ ਹੁਕਮ ਚ ਰਹਿਣ ਲੱਗ ਜਾਂਦੇ ਨਾ, ਜੋ ਤੁਹਾਡੇ ਕਾਰਜ ਨਹੀਂ ਵੀ ਠੀਕ ਚੱਲ ਰਹੇ, ਯੂ ਜਸਟ ਐਕਸੈਪਟਡ ਕਿ ਇਹ ਗੁਰੂ ਦਾ ਹੁਕਮ ਹੈ, ਮੇਰੇ ਵਾਸਤੇ ਇਹ ਕਾਰਜ ਠੀਕ ਹੀ ਹੈਗਾ। Yeah. जरा अपना अनम्यूट करिए।
ਅਸੀਂ ਨੀਡਲੈਸ ਟੂ ਰਿਪੀਟ, ਅਸੀਂ ਇਹਦੇ ਵਿੱਚ ਇਸ ਸ਼ਬਦ ਦੇ ਵਿੱਚ ਇੰਨੀਆਂ ਕਲਾਸਾਂ ਦੇ ਵਿੱਚ ਇੱਕ ਤੇ ਅਸੀਂ ਇਹ ਸਮਝਿਆ ਕਿ ਆਗੇ ਕੋਈ ਧੁਰ ਦਰਗਾਹ ਨਹੀਂ ਲਿਖਿਆ ਹੋਇਆ, ਆਗੇ ਦਾ ਮਤਲਬ ਮੇਰੇ ਸਾਹਮਣੇ ਹੈ। ਹਮ ਸਮਰਾਈਜ਼ਿੰਗ ਕਿ ਮੇਰੇ ਸਾਹਮਣੇ ਤੇ ਸਾਰਾ ਕੁਝ ਹੋ ਰਿਹਾ, ਭਾਵ ਮੇਰਾ ਆਪਣਾ ਕੀਤਾ ਹੀ ਤੇ ਨਾਇਆ ਮੇਰੇ ਵਾਲ ਕਿੰਨੇ, ਕਹਿੰਦਾ ਜਜਮਾਨ ਤੇਰੇ ਸਾਹਮਣੇ ਆ ਜਾਣੇ, ਮੈਂ ਵੱਢੀ ਜਾਣਾ। ਕਹਿੰਦਾ ਵੀ ਤੇਰਾ ਕੀਤਾ ਅੱਗੇ ਆ ਰਿਹਾ ਹੈ ਤੇ ਤੂੰ ਆਪਣਾ ਗਿਆਨ ਘੋਟੀ ਜਾਣਾ ਕਿ ਨਹੀਂ ਜੀ ਮੈਂ ਫਲਾਣੇ ਨੂੰ ਪੁੱਛਾਂ, ਨਹੀਂ ਜੀ ਮੈਂ ਫਲਾਣੇ ਨੂੰ ਪੁੱਛਾਂ। ਇਹ ਨਹੀਂ ਤੂੰ ਦੇਖਦਾ ਕਿ ਗਲਤੀ ਮੇਰੀ ਵੀ ਹੋ ਸਕਦੀ। ਅਸੀਂ ਬਲੇਮ ਗੇਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਤੇ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ। ਜਦੋਂ ਮੈਂ ਇਸ ਕਨਸੈਪਟ ਨੂੰ ਬਦਲ ਲਿਆ ਕਿ ਮੇਰੀ ਆਪਣੀ ਕੀਤੀ ਹੋਈ ਗਲਤੀ ਦਾ ਨਤੀਜਾ ਹੈ ਜੋ ਕੁਝ ਮੇਰੇ ਨਾਲ ਹੋ ਰਿਹਾ, ਤੇ ਮੈਂ ਨਾ ਚਾਹੁੰਦੇ ਹੋਏ ਵੀ ਸਰੈਂਡਰ ਦੇ ਮੋਡ ਵਿੱਚ ਚਲਾ ਗਿਆ। ਕੰਪਲੀਟ ਨਹੀਂ ਹਾਲੇ ਹੋਇਆ। ਸੋ ਆਈ ਹੈਡ ਸਟਾਰਟਡ ਆਲਰੇਡੀ ਲਰਨਿੰਗ ਕਿ ਸਰੈਂਡਰ, ਜੇ ਮੈਂ ਉਹਦੇ ਡੋਮੇਨ 'ਚ ਰਹਿਣਾ ਤੇ ਮੈਂ ਮੇਰੀ ਨੂੰ ਮੁਕਾਣਾ ਪਊਗਾ। ਤੇ ਫਿਰ ਕੀ ਹੁੰਦਾ ਕਿ ਮੇਰਾ ਮਾਲਕ ਜਿਹੜਾ ਉਹ ਮੈਨੂੰ ਬਖਸ਼ ਦਿੰਦਾ। ਮੈਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਕਿ ਮੈਂ ਤੇ ਬਖਸ਼ਿਆ ਗਿਆ, क्योंकि फिर जब गले मिल गए सारा गिला जाता रहा। जो मेरी अवस्था चेंज हो गई, मेरा परस्पेक्टिव चेंज हो गया, तो मैं ब्लेम गेम छड़ दी। इस करके फिर मैनू लगता सतगुरु मेरा सदा दयाला मोह दीन को रख। मैं तो गरीब हाँ, ਇਹਦਾ मतलब मैं हौमे घटाण वाले पासे तुर पिया। मैं तो दीन लै ਇਹਦਾ ਦਿੱਤਾ ਖਾਨਾ पै गया सियापा। फिर काटिया रोग महासुख पाया हर अमृत। मैनू समझना पएगा कि महासुख, महादुख, सुख दुख ऑर्डिनरी ये है कि मेरे ढिड दुखदा पिया ये मेरा दुख है, मैं मुंडे दा विआह रचाया ये मेरा सुख है। सो मैनू समझना पएगा। ਜਦੋਂ ਵੀ ਦੁੱਖ ਤੇ ਸੁੱਖ ਦੀ ਗੱਲ ਹੈ, ਆਪਾਂ ਅੱਗੇ ਬੇਨਤੀ ਕੀਤੀ ਸੀ ਤੇ ਸਮਰਾਈਜ਼ ਕਰ ਰਹੇ ਹਾਂ ਅਗੇਨ ਕਿ ਆਤਮਕ ਤਲ ਤੇ ਗੱਲ ਹੈ ਸਾਰੀ। ਆਤਮਕ ਦੁੱਖ ਵਿਛੋੜੇ ਦਾ ਦੁੱਖ, ਆਤਮਕ ਸੁੱਖ ਮਿਲਾਪ ਦਾ ਸੁੱਖ। ਹਰ ਅੰਮ੍ਰਿਤ ਮੁਖ ਨਾਮ ਦੇ ਅਨੇਕ ਪਾਕ ਮੇਰੇ ਪਰ ਹਰਿਆ ਬੰਧਨ ਕਾਟੇ। ਆਪਾਂ ਇਹਦੀ ਗੱਲ ਡਿਟੇਲ ਕੀਤੀ, ਪੂਰੀ ਕਲਾਸ ਲਾਈ ਇੱਥੇ ਕਿ ਪਾਪ ਕਿਹੜਾ ਏ, ਪੁੰਨ ਕਿਹੜਾ ਏ ਤੇ ਫਿਰ ਬੰਧਨ ਕਿਹੜੇ ਨੇ ਮੇਰੇ, ਜਿਹਨੂੰ ਪਾਤਸ਼ਾਹ ਨੇ ਅਸੀਂ ਬੜੀ ਪਿਛਲੀ ਕਲਾਸ ਕੀਤਾ, ਹੇਤ ਕੇ ਬੰਧਨ ਤੋੜ ਨਾ ਸਕੇ। ਮੇਰੇ ਹੇਤ ਕੇ ਬੰਧਨ ਸਾਰਿਆਂ ਤੋਂ ਜ਼ਿਆਦਾ ਨੇ। ਫਿਰ ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਇਹ ਸਾਰਿਆਂ ਤੋਂ ਮੈਨੂੰ ਜਿਹੜੀ ਗੱਲ ਚੰਗੀ ਲੱਗਦੀ, ਇਟ ਕਵਰਸ ਐਵਰੀਥਿੰਗ। ਮੇਰੇ ਬੰਧਨ ਹੈ ਕਿਹੜੇ ਨੇ, ਮੇਰੀਆਂ ਜੰਜੀਰਾਂ ਕਿਹੜੀਆਂ ਨੇ, ਜਿੰਨੇ ਮੇਰੇ ਔਗਣ। ਤੇ ਜਦੋਂ ਮੈਂ ਗੁਣਾਂ ਵਾਲੇ ਪਾਸੇ ਤੁਰ ਪੈਣਾ ਤੇ ਉਹ ਮੇਰੇ ਸਾਰੇ ਸੱਜਣ ਨੇ, ਉਹ ਮੇਰੇ ਵੀਰ ਨੇ, ਉਹ ਮੇਰੇ ਭਰਾ ਨੇ। ਸੋ ਬੰਧਨ ਕਾਟੇ ਮੁਕਤ ਭਏ, ਅੰਧਕੂਪ ਮਹਾ ਘੋਰ ਤੇ ਬਾਹ ਪਕੜ ਗੁਰ ਕਾਟ। ਇਹ ਹਨੇਰਾ ਘੁੱਪ ਕਿਹੜਾ, ਅਗਿਆਨਤਾ। ਇੱਥੋਂ ਮੈਨੂੰ ਮਾਲਕ ਨੇ ਕੱਢ ਲਿਆ। ਬਾਹ ਪਕੜ ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਕਿਹਦੀ ਬਾਹ ਫੜਦਾ ਗੁਰੂ, ਜਿਹੜਾ ਬਾਹ ਫੜਾਉਂਦਾ। ਜਿਹੜਾ ਬਾਹ ਹੀ ਨਹੀਂ ਫੜਾਉਂਦਾ ਉਹਦੀ ਥੋੜੀ ਫੜੂ। ਮੈਂ ਡੁੱਬਦਾ ਪਿਆ ਤੇ ਵੀਰ ਜੀ ਕਹਿੰਦਾ ਵੀ ਮੈਨੂੰ ਵੀ ਤੂੰ ਮੈਨੂੰ ਬਾਹ ਦੇ, ਤੇ ਮੈਂ ਕਹਿੰਦਾ ਨਹੀਂ ਬਾਹ ਨਹੀਂ ਦੇਣੀ। ਤੇ ਉਹ ਕਹਿੰਦਾ ਮੈਂ ਹੁਣ ਆਪ ਥੱਲੇ ਡੁੱਬਦਾ ਡੁੱਬਦਾ ਥੋੜੀ ਤੈਨੂੰ ਚੱਕ ਕੇ ਸੁੱਟਾਂਗਾ ਬਾਹਰ ਤੇ ਆਪ ਡੁੱਬਾਂਗਾ। ਸੋ ਬਾਹ ਪਕੜ ਗੁਰ ਕਾਟ ਲਈਏ। ਨਿਰਭਉ ਭਏ। ਹੁਣ ਖਿਆਲ ਰਹੇ, ਪਰਮਿੰਦਰ ਜੀ ਨੇ ਗੱਲ ਕੀਤੀ ਜਿਸ ਤਰ੍ਹਾਂ ਪਿਛਲੀ ਵਾਰੀ ਕਾਰਸ਼ਵੀ ਕਰਤੀ ਕਿ ਨਿਰਭਉ ਭਏ ਸਗਲ ਭਉ ਮਿਟਿਆ। ਅਸੀਂ ਉਹਦਾ ਐਟਰੀਬਿਊਟ ਹੈ ਨਿਰਭਉ,
ਮੇਰਾ ਇਹ ਫਰਜ਼ ਹੈ ਕਿ ਮੈਂ ਹੌਲੀ ਹੌਲੀ ਕਰਕੇ ਸਾਰੇ ਐਟਰੀਬਿਊਟਸ ਨੂੰ ਇਨਕਲਕੇਟ ਕਰਾਂ, ਇੰਬਾਈਬ ਕਰਾਂ। ਹਾਊ ਡੂ ਆਈ ਮੇਕ ਮਾਈਸੈਲਫ ਫਿਟ ਅਪ ਟੂ ਦ ਲੈਵਲ ਆਫ ਦੋਜ਼ ਐਟਰੀਬਿਊਟਸ? ਉਹਦੇ ਵਿੱਚ ਨਿਰਭਉ ਵੀ ਮੈਂ ਨਿਰਭਉ ਕਿਵੇਂ ਹੋਵਾਂ? ਜਿਉਂ-ਜਿਉਂ ਮੈਂ ਉਹਦੇ ਗੁਣਾਂ ਨੂੰ ਨਿਰਭਉ ਦੇ ਅਡਾਪਟ ਐਂਡ ਅਡੈਪਟ ਕਰਾਂਗਾ, ਉਦੋਂ ਮੈਂ ਤਿਉਂ ਮੈਂ ਨਿਰਭਉ ਦੇ ਰਾਹ ਤੇ ਤੁਰ ਪਾਂਗਾ। ਭਾਸ਼ਾ ਨੇ ਤੇ ਤਾਂ ਕਹਿਤਾ ਵੀ ਤੂੰ ਡਰਦਾ ਕਾਹਤੇ ਆ? ਨਿਰਭਉ ਸੰਗ ਬਸਤ ਹੈ ਤੇਰੇ, ਇਹ ਡਰਨ ਕਹਾਂ ਤੇ ਆਇਆ? ਜੇ ਤੂੰ ਕਹਿੰਦੇ ਪਈ ਤੇਰੇ ਨਾਲ ਹੈ ਉਹ, ਤੇ ਫਿਰ ਤੂੰ ਡਰਦਾ ਕਾਹਤੇ ਆ? ਇਹ ਕਹਿ ਲਿਆ। ਸੋ ਨਿਰਭਉ ਭਏ ਸਗਲ ਭਉ ਮਿਟਿਆ। ਹੁਣ ਜਦੋਂ ਮੈਂ ਨਿਰਭਉ ਹੋ ਜਾਵਾਂ ਤੇ ਫਿਰ ਸਾਰਾ ਭਉ ਮਿਟ ਗਿਆ। ਤੇ ਆਪਾਂ ਗੱਲ ਕੀਤੀ ਹੋਈ ਹੈ ਕਿ ਨਿਰਭਉ ਦਾ ਮਿਹਣਾ ਏ ਡਰ ਲੱਗਦਾ ਕਿਹਦੇ ਤੋਂ? ਡਰ ਲੱਗਣ ਦੇ ਲਈ ਕਿਸੇ ਦੂਸਰੇ ਦਾ ਹੋਣਾ ਜ਼ਰੂਰੀ ਹੈ, ਪਰ ਮੇਰਾ ਤੇ ਇਸ਼ਟ ਜਿਹੜਾ ਉਹ ਇੱਕ ਹੈ, ਇੱਕ ਓੰਕਾਰ। ਜਦੋਂ ਮੈਂ ਇੱਕ ਦੇ ਨਾਲ ਜੁੜਨਾ ਹੈ ਤੇ ਫਿਰ ਦੂਜਾ ਤੇ ਹੈ ਨਹੀਂ। ਇਸੇ ਕਰਕੇ ਮੇਰਾ ਰੱਬ ਵੀ ਨਿਰਭਉ ਹੈ, ਕਿਉਂਕਿ ਉਹਦੇ ਕੋਲ ਦੂਜਾ ਹੈ ਹੀ ਨਹੀਂ। ਦੂਜਾ ਭਾਵ, ਦੂਜਾ ਮੈਨੇ ਦੂਜਾ ਭਾਵ, ਇਨਕਲਿਨੇਸ਼ਨ ਟੁਵਰਡਸ ਅਦਰਸ, ਦੁਐਤ, ਡੁਐਲਿਟੀ ਉਹਦੇ ਕੋਲ ਹੈ ਹੀ ਨਹੀਂ। ਤੇ ਜਦੋਂ ਮੈਂ ਇੱਕ ਦੇ ਨਾਲ ਜੁੜਦਾ ਵਾਂ ਤੇ ਮੈਂ ਵੀ ਦੁਐਤ ਤੋਂ ਰਹਿਤ ਹੋ ਜਾਣਾ। ਜਦੋਂ ਮੈਂ ਨਿਰਭਉ ਹੋ ਗਿਆ, ਦੈਟ ਮੀਨਸ ਮੈਂ ਨਿਰਭਉ ਹੋ ਗਿਆ। ਨਿਰਭਉ ਹੋ ਗਿਆ, ਕੋਈ ਦੂਜਾ ਹੈ ਹੀ ਨਹੀਂ। ਕੋਈ ਦੂਜਾ ਹੈ ਹੀ ਨਹੀਂ ਤੇ ਮੈਨੂੰ ਹਸਦ ਕਾਹਦਾ ਹੋਏਗਾ? ਮੈਂ ਨਿੰਦਾ ਕਿਹਦੀ ਕਰਾਂ? ਮੈਨੂੰ ਡਰ ਕਿਤੋਂ ਲੱਗੇ? ਮੈਂ ਵੈਰ ਕਿਹਦੇ ਨਾਲ ਰੱਖਾਂ? ਦੂਜਾ ਹੈ ਹੀ ਨਹੀਂ। ਇੱਕ ਹੀ ਹੈ, ਏਕਸ ਤੇ ਸਭ ਦੂਜਾ ਹੋਇਆ ਹੈ ਨਾ। ਤੇ ਜਦੋਂ ਮੈਂ ਦੂਜੇ ਦੀ ਅਣਹੋਂਦ ਕਰ ਦਿੰਨਾ, ਦੋ ਤਰੀਕੇ, ਇੱਕ ਮੈਂ ਨਿਰਭਉ ਦੇ ਨਾਲ ਜੁੜ ਜਾ, ਦੂਜਾ ਮੈਂ ਦੂਜੇ ਨੂੰ ਇਰੈਡੀਕੇਟ ਕਰ ਦਿਆਂ ਆਪਣੀ ਜ਼ਿੰਦਗੀ ਚੋਂ, ਤੇ ਮੈਂ ਆਟੋਮੈਟਿਕਲੀ ਨਿਰਭਉ ਹੋ ਗਿਆ। ਜੇ ਦੂਜਾ ਰਿਹਾ ਹੀ ਨਹੀਂ ਤੇ ਮੈਂ ਇੱਕ ਦੇ ਨਾਲ ਜੁੜ ਗਿਆ। ਇਧਰ ਹੋਵੇ ਸਗਲ ਭਉ ਮਿਟਿਆ, ਮਿਟਿਆ ਰਾਖੇ ਰਾਖਣ ਹਾਰੇ। ਇਹ ਮੈਨੂੰ ਮੇਰੇ ਮਾਲਕ ਨੇ ਰੱਖ ਲਿਆ। ਐਸੀ ਦਾਤ ਕਰੀ ਪ੍ਰਭ ਮੇਰੇ, ਕਾਰਜ ਸਗਲ ਸੋਏ। ਹੁਣ ਮੇਰਾ ਕਾਰਜ ਰਹਿ ਕਿਹੜਾ ਗਿਆ? ਦੱਸਿਓ ਜੀ ਜਰਾ। ਅਨਮਿਊਟ ਕਰੋ ਯਾਰ। ਉਸਨੂੰ ਧਿਆਨ, ਉਸਨੂੰ ਯਾਦ ਕਰਨਾ। ਹਾਂਜੀ, ਕਾਰਜ ਮਤਲਬ to be one, ਕਾਰਜ ਸਗਲ ਸਵਾਰੇ, to be one with the, to attain in one, to attain that oneness. I am the dweller of oneness. ਤੇ ਮੇਰੇ ਕੋਲ ਕਾਰਜ ਰਹਿ ਕਿਹੜਾ ਗਿਆ? Does make sense? ਫਿਰ ਕੰਪਲੀਟ ਸਰੈਂਡਰ ਹੋ ਗਿਆ। ਫਿਰ ਮੈਂ ਉਹਦੀ ਉਂਗਲੀ ਫੜ ਲਈ, ਫਿਰ ਮੇਰਾ ਅੰਦਰ ਬਾਹਰ ਸਾਰਾ ਤੇਰਾ ਹੋ ਗਿਆ। ਮੈਂ ਨਹੀਂ, ਸਭ ਕੁਝ ਤੇਰਾ। ਇਹ ਸਾਰੀਆਂ ਗੱਲਾਂ ਆਟੋਮੇਸ਼ਨ ਦੀਆਂ ਨੇ। ਆਟੋਮੇਸ਼ਨ ਤੇ ਜਦੋਂ ਪਾ ਲਿਆ ਨਾ ਕਰੂਜ਼ 'ਚ, ਇਹ ਸਾਰਾ ਕੁਝ ਆਪਣੇ ਆਪ ਹੋ ਰਿਹਾ। ਸ਼ੁਰੂਆਤ ਮੈਂ ਜਿਹੜੀ ਕਰਨੀ ਸੀ ਉਹ ਸਿਰਫ ਆਪਣੇ ਮਨ ਨੂੰ ਘੇਰ ਕੇ, ਭਾਈ ਗੁਰਦਾਸ ਜੀ ਕਹਿੰਦੇ ਨਾ, ਇਸ ਮਨ ਚੰਚਲ ਕੋ ਘੇਰ ਕੇ ਸਿਮਰੋ ਕਰਤਾਰਾ, ਉਹਨਾਂ ਦਾ ਕੰਮ ਕਰਨਾ ਸੀ। ਜਦੋਂ ਮੈਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੇਰਾ ਸਰੀਰ ਮੇਰਾ ਨਹੀਂ ਹੈ, ਇਹ ਇੱਕ ਲੱਲਾ, ਇੱਕ ਠੱਲਾ ਨਿਠੱਲਾ ਬੱਚਾ ਹੈ, ਇਹਨੂੰ ਘੇਰਨ ਵਾਲਾ ਮਨ ਹੈ, ਤੇ ਮੈਂ ਮਨ ਨੂੰ ਸੂਤ ਕਰਨਾ, ਤੇ ਮੈਂ ਮਨ ਨੂੰ ਸੂਤ ਕਰ ਲੈਣਾ, ਤੇ ਮੇਰੇ ਕਾਰਜ ਸਭ ਸਾਰੇ ਸੈੱਟ ਹੋ ਗਏ। ਮਨ ਸੂਤ ਹੁੰਦਾ ਹੈ, ਮਨ ਗੁਰੂ ਦੇ ਪ੍ਰੈਣ ਹੋ ਜਾਂਦਾ ਹੈ ਨਾ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੇ ਤਾਂ ਜਾਏ। ਮੇਰਾ ਮਨ ਹਾਥੀ, ਉਹਨੂੰ ਚਲਾਉਣ ਵਾਲਾ ਮਹੂਤ ਜਿਹੜਾ ਉਹ ਗੁਰੂ ਹੈ। ਗੁਰੂ ਕਿਹਦੇ ਨਾਲ ਉਹਨੂੰ ਡਰਾਈਵ ਕਰਦਾ? ਗਿਆਨ ਦੇ ਨਾਲ, ਗਿਆਨ ਕੁੰਡਾ। ਤੇ ਜਿੱਧਰ ਚਲਾਉਂਦਾ ਉਧਰ ਚੱਲੀ ਜਾਂਦਾ ਮਨ। ਯਾਨੀ ਕਿ ਜੇ ਮੈਂ ਇਹਨੂੰ ਏਦਾਂ ਕਵਾਂ, ਜਿੱਧਰ ਗੁਰੂ ਕਹਿੰਦਾ ਉਧਰ ਮੇਰਾ ਮਨ ਜਾਂਦਾ, ਜਿੱਧਰ ਗਿਆਨ ਕਹਿੰਦਾ ਗੁਰੂ ਦਾ ਦਿੱਤਾ ਹੋਇਆ, ਮੇਰਾ ਮਨ ਉਧਰ ਜਾਂਦਾ।
ਨਾਨਕ ਹਸਤੀ ਕੁੰਡੇ ਬਾਹਰਾ, ਜੇ ਕੁੰਡਾ ਨਾ ਹੋਵੇ, ਯਾਨੀ ਕਿ ਜੇ ਮੇਰੇ ਕੋਲ ਗਿਆਨ ਨਹੀਂ ਹੈਗਾ, ਹਮ ਮੂਰਖ ਮੁਗਧ ਅਗਿਆਨਮਤੀ, ਹਮ ਅਵਗਣ ਭਰੇ ਏਕ ਗੁਣ ਨਾਹੀ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬੁਲਾਏ। ਗਿਆਨ ਬੜਾ ਜ਼ਰੂਰੀ ਹੈ। ਜਦੋਂ ਗਿਆਨ ਆਉਂਦਾ ਹੈ ਤੇ ਅਗਿਆਨ ਵਿਨਸ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਆਟੋਮੇਸ਼ਨ ਹੈ ਸਾਰੀ। ਤੇ ਜਦੋਂ ਮੈਂ ਅਗਿਆਨਤਾ ਦੇ ਵਿੱਚੋਂ ਨਿਕਲ ਕੇ ਗਿਆਨ ਦਾ ਪ੍ਰਕਾਸ਼ ਮਾਣ ਲੈਣਾ ਤੇ ਫਿਰ ਮੇਰੀਆਂ ਪਾਉਂ ਬਾਹਰ। ਜਦੋਂ ਮੈਂ ਗਿਆਨ ਦੇ ਵਿੱਚ ਹੋ ਗਿਆ, ਹੁਣ ਗੁਰਬਾਣੀ ਇਸ ਜੱਗ ਮੈਂ ਚਾਨਣ ਹੋ ਗਿਆ, ਮੇਰੇ ਅੰਦਰੋਂ ਸਫੁੱਟਤ ਹੋ ਗਈ ਬਾਣੀ, ਤੇ ਫਿਰ ਮੇਰੇ ਕੋਲ ਹਨੇਰਾ ਕਿੱਥੇ ਰਹਿ ਗਿਆ? ਕਿਉਂਕਿ ਹਨੇਰਾ ਤੇ ਆਪਾਂ ਬੜੀ ਦੇਰ ਦਾ ਪੜਿਆ ਹੋਇਆ ਹੈ ਕਿ ਹਨੇਰੇ ਦੀ ਆਪਣੀ ਤੇ ਹੁੰਦੀ ਕੋਈ ਨਹੀਂ। It doesn't have any existence. The absentia of the light is darkness. ਜਿਸ ਤਰ੍ਹਾਂ ਸਵੇਰੇ 7 ਵਜੇ ਸੂਰਜ ਚੜ ਗਿਆ 6 ਵਜੇ, ਪਰ ਮੈਂ ਪਰਦੇ ਨਹੀਂ ਕੀਤੇ ਤੇ ਮੇਰੇ ਅੰਦਰ ਤੇ ਹਨੇਰਾ ਹੀ ਹੈ ਕਮਰੇ ਦੇ। ਮੈਨੂੰ ਉੱਠ ਕੇ ਉਦਮ ਕਰਦਿਆਂ ਜੀਓ ਤੋਂ ਕਮਾਉਂਦਿਆਂ ਸੁਖ ਪਹੁੰਚ, ਮੈਨੂੰ ਉੱਠ ਕੇ ਪਰਦਾ ਹਟਾਉਣਾ ਪਏਗਾ। ਇਸੇ ਤਰ੍ਹਾਂ ਮੈਨੂੰ ਉੱਠ ਕੇ ਆਪਣੀ ਸਮਝ ਦਾ ਪਰਦਾ, ਆਪਣੇ ਵਿਵੇਕ ਦਾ ਪਰਦਾ, ਆਪਣੇ ਗਿਆਨ ਦਾ ਪਰਦਾ ਇਹ ਚੱਕਣਾ ਪਏਗਾ। ਕਾਰਜ ਸਗਲ ਸਵਾਰ। ਹੁਣ ਕਾਰਜ ਕਿਹੜੇ ਸਗਲ ਰਹਿ ਗਏ? ਮੇਰਾ ਕਾਰਜ ਹੀ ਕੋਈ ਨਹੀਂ ਰਹਿ ਗਿਆ। ਜਦੋਂ ਮੈਂ ਜੋ ਕੁਝ ਮੇਰੇ ਕੋਲ ਸੀ ਤੈਨੂੰ ਦੇ ਦਿੱਤਾ, ਮੇਰੇ ਕੋਲ ਮੇਰਾ ਕੀ ਰਹਿ ਗਿਆ? ਮੇਰਾ ਮੁਝ में कुछ नहीं, जो कुछ है सो तेरा। ਹੁਣ ਤੇਰਾ ਕੰਮ ਹੈ, ਤੂੰ ਆਪ ਕਰ ਨਾ ਕਰ, ਮੈਨੂੰ ਕੀ ਹੈ? ਸੂੜੀ ਪਏਗੀ ਤੇਰੀ ਪਏਗੀ, ਨੱਕ ਵੱਡੀ ਜਾਏਗੀ ਤੇਰੀ, ਮੈਂ ਕੀ ਹਾਂ? ਕੁਝ ਵੀ ਨਹੀਂ। ਇਸ ਅਹਿਸਾਸ ਨੂੰ ਜਦੋਂ ਪਾਣੀ ਦੇ ਦਿੱਤਾ, ਇਹ ਅਹਿਸਾਸੇ ਕਮਤਰੀ ਨਹੀਂ ਹੈ, ਨਾ ਹੀ ਇਹ ਅਹਿਸਾਸੇ ਬੜਤਰੀ, ਨੀਦਰ ਇਨਫੀਰੀਟੀ ਨॉर ਸੁਪੀਰੀਅਰਿਟੀ ਕੰਪਲੈਕਸ ਹੈ। ਇਹ ਅਮਲਗਾਮੇਸ਼ਨ ਹੈ ਕਿ ਮੈਂ ਬੂੰਦ ਇਹਦੀ ਕਿੱਥੋਂ ਤਾਰੀਫ ਕਰਾਂ ਸਾਗਰ ਦੀ। ਉਹਨੇ ਕਿਹਾ ਨਾ ਜੋਗੀ ਨੇ, ਅੱਲਾ ਯਾਰ ਖਾਨ ਨੇ, ਕਿ ਇੱਕ ਬੂੰਦ ਜਿਹੜਾ ਉਹ ਸਾਗਰ ਨੂੰ ਕਿਵੇਂ ਦੇਖੇ। ਮੈਂ ਤੇ ਇੱਕ ਬੂੰਦ ਆ, ਮੈਂ ਤੇ ਤੇਰੇ ਚੋਂ ਉਪਜਿਆ ਵਾਂ, ਤੇ ਤੇਰੇ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਏ। ਮੈਂ ਤੇਰੇ ਕੋਲੋਂ ਉਪਰਿਆ ਬੁਲਬੁਲਿਆ, ਜੈਸੇ ਜਲ ਤੇ ਬੁਦਬੁਦਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ ਜਾਨ। ਮਤਲਬ ਕਿੱਥੇ ਨਹੀਂ ਕਿਹਾ ਮੈਨੂੰ ਗੱਲ ਜਿਹੜੀ ਨਾ ਸਮਝ ਆਉਣ ਵਾਲੀ ਹੋਵੇ, ਤੇ ਮੇਰੇ ਕਾਰਜ ਤੇ ਸਗਲੇ ਹੀ ਸਵਾਰੇ ਗਏ। ਮੈਨੂੰ ਲਿਸਟ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਕਿ ਇਹ ਵੀ ਕਰਨਾ ਹੀ ਤੇ ਇਹ ਵੀ ਕਰਨਾ ਹੀ। ਜਿਹੜੇ ਕਰਨੇ ਆ ਉਹ ਜਿਸ ਤਰ੍ਹਾਂ ਪੂਰਨ ਸਿੰਘ ਲਿਖਦਾ ਹੈ ਆਪਣੀ ਥਾਂ ਤੇ, ਜਿਨ੍ਹਾਂ ਨੇ ਨਹੀਂ ਪੜ੍ਹਿਆ ਪੂਰਨ ਸਿੰਘ ਜ਼ਰੂਰ ਪੜ੍ਹੋ, ਸ਼ਾਇਦ ਪਹਿਲੀ ਵਾਰੀ ਤੁਹਾਡੇ ਉੱਤੋਂ ਲੰਘ ਜੇ, ਪਰ ਇਟਸ ਵਰਥ। ਕਹਿੰਦੇ ਵੀ ਭਾਈ ਲਹਿਣਾ ਜੀ ਨੂੰ ਪੁੱਛਿਆ ਸਿੱਖਾਂ ਨੇ, ਭਾਈ ਬੁੱਢਾ ਜੀ ਨੂੰ, ਕਿ ਤੁਸੀਂ ਇੰਨੀਆਂ ਗੁਰੂ ਹਸਤੀਆਂ ਦੀ ਸੇਵਾ ਕੀਤੀ, ਤੁਸੀਂ ਵੀ ਗੁਰੂ ਸਾਹਿਬ ਗੁਰੂ ਨਾਨਕ ਦੇ ਨਾਲ ਉਨੇ ਹੀ ਸੋ, ਤੇ ਬਾਬਾ ਬਲਕਿ ਤੁਸੀਂ ਜ਼ਿਆਦਾ ਸੋ ਭਾਈ ਲਹਿਣੇ ਨਾਲੋਂ। ਤੇ ਫਿਰ ਇਹ ਕੀ ਹੋਇਆ? ਜਿਸ ਤਰ੍ਹਾਂ ਅਸੀਂ ਵੀ ਸੋਚਦੇ ਹਾਂ ਕਿ ਯਾਰ ਪ੍ਰਧਾਨ ਗੁਰਦੁਆਰੇ ਦਾ ਮੈਂ ਬਣਨਾ ਸੀ, ਸਭ ਤੋਂ ਜ਼ਿਆਦਾ ਪੈਸੇ ਮੈਂ ਦਿੱਤੇ ਆ, ਇਹਦੇ ਪਤਾ ਨਹੀਂ ਇਹਨੂੰ ਕਿਸੇ ਨੂੰ ਬਣਾਤਾ, ਜਾਂ ਇਹ ਛੱਡਦੇ ਨਹੀਂ ਗੇ ਕਬਜ਼ਾ ਆਪਣਾ ਏਦਾਂ। ਤੇ ਕਹਿੰਦੇ ਫਿਰ ਇਹ ਦੱਸੋ ਕਿ ਤੁਸੀਂ ਕੀ ਸੀਗੇ ਮਾੜੇ ਵੀ ਤੁਹਾਨੂੰ ਗੱਦੀ ਨਾ ਮਿਲੀ? ਹੁਣ ਜਿਹੜਾ ਤੇ ਵੰਡ ਖਾਣ ਵਾਲਾ ਹੋਵੇ, ਜਿਸ ਤਰ੍ਹਾਂ ਅਸੀਂ ਕਰ ਲੈਂਦੇ ਹਾਂ, ਆਹੋ ਯਾਰ ਠੀਕ ਹੈ, ਆਪਣੀਆਂ ਮਰਜ਼ੀਆਂ ਕਰਦੇ, ਚਾਰ ਗੱਲਾਂ ਮੈਂ ਵੀ ਸੁਣਾ ਦਿਆਂਗਾ, ਤੇ ਉੱਥੇ ਡਿਸੈਂਡਿੰਗ ਗਰੁੱਪ ਬਣ ਜਾਏਗਾ ਸਾਡਾ। ਪਰ ਬਾਬਾ ਬੁੱਢਾ ਜੀ ਕਹਿੰਦੇ ਨੇ, ਕਹਿੰਦੇ ਹਾਂ ਗੱਲ ਤੁਹਾਡੀ ਠੀਕ ਹੈ ਵੈਸੇ, ਪਰ ਨਾ ਭਾਈ ਲਹਿਣਾ ਜੀ ਮੈਥੋਂ 2 ਰਤੀਆਂ ਵੱਧ ਸਨ। ਇਹ ਗੱਲ ਕਹਿਣੇ ਚ ਇੱਕ ਤੇ ਨਿੰਦਾ ਚਲੀ ਗਈ, ਇੱਕ ਹਰਖ ਚਲਾ ਗਿਆ, ਇੱਕ ਹੁਕਮ ਦੇ ਵਿੱਚ ਰਹਿ ਗਿਆ। ਇੱਕ ਗੱਲ ਕਹਿਣ ਦੇ ਐਗਜ਼ਾਮਪਲ ਹੈ ਉਹ। ਤੇ ਕਹਿੰਦੇ ਕਿੱਦਾਂ?
ਕਹਿੰਦੇ ਜਿੱਦਾਂ 2 ਐਗਜ਼ਾਮਪਲਾਂ ਆਈਆਂ ਸੀ ਮੇਰੀ ਜ਼ਿੰਦਗੀ 'ਚ। ਬਾਬਾ ਕਹਿੰਦਾ ਮੈਨੂੰ ਇੱਕ ਦਿਨ ਕਿ ਬੁੱਢਿਆ ਦੇਖ ਕਿੰਨੇ ਪੈਰ ਰਾਤ ਬੀਤ ਗਈ। ਕਹਿੰਦਾ ਜੀ ਮੈਂ ਓਬੀਡੀਐਂਟ ਬੰਦੇ ਵਾਂਗੂ ਗਿਆ, ਜਾ ਕੇ ਦੇਖਿਆ ਤੇ ਮੈਂ ਕਿਹਾ ਬਾਬਾ ਇੰਨੇ ਕੁ ਪੈਰ ਬੀਤ ਗਈ ਹੈ ਤੇ ਇੰਨੀ ਰਹਿ ਗਈ। ਇਹਨੇ ਨੂੰ ਲੈਣਾ ਆ ਗਿਆ ਸਾਹਮਣੇ, ਕਹਿੰਦਾ ਭਾਈ ਲੈਣਾ ਦੇਖ ਜਾ, ਤੂੰ ਦੇਖ। ਤੇ ਉਹ ਦੇਖੇ ਬਗੈਰ ਕਹਿੰਦਾ ਬਾਬਾ ਜਿੰਨੀ ਤੂੰ ਬਤਾਈ ਹੈ ਉਹ ਬੀਤ ਗਈ ਹੈ, ਜਿੰਨੀ ਤੇਰੇ ਹੁਕਮ 'ਚ ਉਹ ਰਹਿ ਗਈ। Think about it. ਕਿ ਮੈਂ ਵੀ a step further, a notch more. Emerald ਦਾ show ਨਾ, add a notch more. ਇਹਦੇ ਮੈਂ ਵੀ ਇੱਕ ਨੌਚ ਜ਼ਿਆਦਾ ਕੀਤੀ ਹੈ ਕਦੀ। ਤੇ ਫਿਰ ਉਹ ਕਹਿੰਦੇ ਵੀ ਦੂਜਾ ਇੰਸਟਾਂਸ ਕਿ ਉੜਿਆ ਦੇਖ ਦਿਨ ਚੜਾ ਹੈ। ਬਾਬਾ ਬੁੱਢਾ ਜੀ ਜਾਂਦੇ ਨੇ, ਕਹਿੰਦੇ ਮੈਂ ਗਿਆ, ਮੈਂ ਕਿਹਾ ਨਹੀਂ ਬਾਬਾ ਜੀ ਹਾਲੇ ਥੋੜਾ ਜਿਹਾ ਸਮਾਂ ਹੈ ਚੜ੍ਹਨ ਵਾਲਾ। ਜੋ ਵੀ ਓਬੀਡੀਐਂਸ ਦੇ ਵਿੱਚ, ਜਿੰਨਾ ਸਤਿਕਾਰ ਦੇ ਵਿੱਚ ਮੈਂ ਕਹਿ ਸਕਦਾ। ਭਾਈ ਲਹਿਣੇ ਨੂੰ ਪੁੱਛਿਆ, ਕਹਿੰਦਾ ਤੂੰ ਚਾਹੁੰਦਾ ਤੇ ਦਿਓ ਹੋਇਆ ਹਫਤਾ ਹੈ, ਤੂੰ ਚਾਹੁੰਦਾ ਤੇ ਰਾਤ ਹੋਏ ਪੈਂਦੀ ਹੈ। ਤੇ ਇਸ ਕਰਕੇ ਮੈਨੂੰ ਗੱਦੀ ਨਹੀਂ। ਕਾਰਜ ਸਗਲ ਆਪੇ ਹੀ ਸਵਾਰੇ ਗਏ ਮੇਰੇ ਕੋਲ ਗਿਣਤੀ ਮਿਣਤੀ ਕਿੱਥੇ ਰਹਿ ਗਈ। ਮੈਂ ਤੇ ਗਿਣਤੀਆਂ 'ਚ ਰੱਖਿਆ ਹੋਇਆ। ਮੈਂ ਇੰਨੀਆਂ ਕਲਾਸਾਂ ਅਟੈਂਡ ਕਰ ਲਈਆਂ, ਮੈਂ ਇੰਨੇ ਸ਼ਬਦ ਕਰ ਲਏ। ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸਦਾ ਗਏ। ਆਪਾਂ ਗੱਲ ਕੀਤੀ ਹੋਈ ਹੈ, ਇਹ ਪੂਰਾ ਸ਼ਬਦ ਇਹ ਕਰ ਸਕਦੇ ਹਾਂ, ਪਰ ਉਹਦੀ ਇਸ ਵੇਲੇ ਸਾਡੇ ਕੋਲ ਸਮਾਂ ਨਹੀਂ ਇਜਾਜ਼ਤ ਦੇਗਾ। ਸੋ ਐਸੀ ਦਾਤ, ਇਹੋ ਜਿਹੀ ਦਾਤ ਕਰ ਦਿੱਤੀ ਮੇਰੇ ਰੱਬ ਜੀ ने। जिस तरह बच्चा नहीं कहता मेरे पापा के साथ उनके पास इतनी बड़ी गाड़ी है, बेचारे को पता ही नहीं क्या। मैं भी कभी इस तरह तारीफ की अपने प्यो की। ऐसी दात करी प्रभ मेरे कारज सगल। मेरा तो काम रह ही कोई नहीं गया। मैनू तो लगता संतां के कारज आप खलोआ, हर काम करावन आया। वो जिद्दां नौकर खड़ोता हुंदा है पैरां ते, व्हाट इज नेक्स्ट सर, वो अपने भगतां दे अपने बच्चों दे काम इदां सवार। अचिंत काम करे प्रभ तिन के, जिन हर का नाम प्यारा। ऐ भी है ले भरी पई है। एक पास्यों शुरू हो पानी, एक पासे चली जाती उदां। फिर गुण निधान, गुणां दा खजाना है। तेरे कवन कवन गुण कह के गाऊं, तू साहिब गुणी निधान। तो गुणा दा निधान है। सब निधान 10 अष्ट सिधान, ठाकुर कर तल तरे। उन्हें तो तली ते रखे हुए। सोचिए गल ते सिर्फ अपने आप नूं सुर करन दी है। जिद्दां तबला वजांदे आ, सुर करदे आ, तबला शुरू वजा दिंदे आ, फिर विच लोड़ पैंदी है उत्ते थल्ले करन दी, थौड़ी मारन दी। जे मैं कह दियां कि नहीं थोड़िए तू तो मैनू एवं टोकती रहनी है, ऐसी गल तो नहीं, मैं तबला वजदी पी हाँ, मैं ठीक ठाक बजा रही हूँ, मैं थोड़ी नूं ब्लेम गेम कर दिया। यानी कि जे कोई मैनू सज्जन मित्र वीर ये कहता कि आप भैणा चलीए चल सखिए गुण रावण की है करे हाँ, है ना, कि कर सिंह जी होएगा चल सखिए मिल उद्यम करे हाँ, मनाए लय करते। तो ऐदा भी असीं नहीं किया। आओ भैने गल मिला किसे लड़ियां मिलके करें कहानियां समरथ कर, साडे कोल टाइम ही नहीं है। तो गुण निधान साहिब मन मिल, जदों मन करके मिलाप हो गया ना,
मिलिया मिलिया सबको कहे, मिले जे मिलिया हो। हाँ जी मिल गया जी, हाँ जी मिल गया जी। लो जी ਅਸੀਂ ਤੇ ਪਾਠ ਕਰਦੇ ਹਾਂ ਹੁਣ ਅਸੀਂ ਇੰਨਾ ਹੀ ਤੇ ਨਹੀਂ ਅਸੀਂ ਗਏ ਗਵਾਤੇ ਹੈਗੇ, ਤੁਸੀਂ ਇਹੀ ਕਹਿੰਦੇ ਅਸੀਂ ਕੁਝ ਕਰਦੇ ਨਹੀਂ ਆ। मिलिया मिलिया सबको कहे, मिले जब मिलिया होए, अंतरात्मा जो मिले मिलिया कही सोए। ओए तू केड़े मिलन नूं कही जाना है, अंतरात्मा जो मिले। अंतर गुरु आराधना, जेवा जप गुर नाम, नेत्री सतगुर पेखना, श्रवणी सुनना, सतगुर सेती रत्या। कदों है दसी जी। चेकलिस्ट मेरे को अपनी होनी चाहिए ना, कोई किसी को थोड़ी कहता पे। दरगाह पाई हेठा कहो नानक किरपा करे। देखो सारी गल अंतर गुरु आराधना जेवा जब ये सारे मेरे किरदार ने, मैं कीते ने, पर मैं नहीं कहना मैं कीते ने। सतगुर सेती रत्या दरगाह पाई हेठा कहो नानक किरपा करे। पातशाह जे तू ना किरपा कर दो ना, मैं नहीं सिया कर सकता। जिसनों ये वथ दे, ये तेरी कृपा है, तुमरी कृपा ते जपिया ना हो। ऐसी कृपा मोहे करो। किहो जी कृपा होवे मेरी, नैनी देखो गुर दर्शनो, गुर चरणी मत्था। कदों होया कई गल्लां सारियां, ये सारियां मेरे सामने आने वाली मेरे दयाल गुरु दियां गल्लां ने। नैनी देखो गुर दर्शनो, गुर चरणी मत्था, पैरी मार्ग गुरु चलदा, अखा पेरी हथ। मैं छड्या सब उपाय नूं लै, परवासे गुर समर्थ लै। तेरे भरोसे प्यारे मैं लाड रहा, वो मैं ते तेरे भरोसे पातशाह सारा कुछ ही छड़ता। उन्हें मैं कह रहा कि मैं सुन रहा कि मैं कभी कीता भी है। इत्थे गुण निधान साहिब मालक ते मेरा गुणा दा निधान है। मन मिला मन करके मिलाप हो जाए मेरा, ये किधरे मन करके मिल जाओ। अंतरात्मा जो मिले मिलिया कही ऐसे। कोई की शायर कहता है रूह से रूह, जान से जान मिल जाए, बोलिए इस तरह कब मिलेंगे। मुझसे क्या, जिससे भी जब मिलेंगे आप, वो यही पूछेगा कब मिलेंगे आप। घड़ी ना मिलते कल जुग होता, हुण कद मिले प्रिय तुद भगवंत। तुमरी करो नित आस, प्रभ ओए कब गल लावेंगे। लो किन्नी को गल्लां करिए असीं, गल्लां करन नूं ते असीं मार तोते वांगू रट्टियां पईयां ने बाणी दीयां तुकां। पर अगे भी कीता होया कि गल्ली बाती मैं वड्डी ते करतूती वड्डी जठानी। ਉਹ ਕਹਿੰਦੇ ਨੰਨਾ ਨਾ ਭੋਗ ਨਿਤ ਭੋਗੇ, ਨਾ ਡਿੱਠਾ ਨਾ ਸੰਭਲਿਆ। ਦਾਤਾਂ ਤੇ ਤੇਰੀਆਂ ਸਾਰੀਆਂ ਵਰਤ ਲਈਆਂ ਹੀ ਪਿਆਰਿਆ, ਖਸਮ ਦੀਆਂ ਦਾਤਾਂ ਸਾਰੀਆਂ ਭੋਗ ਲਈਆਂ, ਨਾ ਉਹਦੀ ਸ਼ਕਲ ਦੇਖੀਏ ਤੇ ਨਾ ਉਹਦੀ ਸੰਭਾਲ ਕੀਤੀ ਆਪਣੇ ਖਸਮ ਦੀ। ਜੇ ਦੁਨਿਆਵੀ ਪਾਸੇ ਅਪਲਾਈ ਕਰੀਏ ਤੇ ਰੂਹ ਕੰਬ ਜਾਏਗੀ। ਨੰਨੇ ਨਾ ਭੋਗ ਨਿਤ ਭੋਗੈ, ਨਾ ਡਿੱਠਾ ਨਾ ਸੰਭਲਿਆ, ਗੱਲੀਆਂ ਸੁਹਾਗਣ ਭੈਣੇ ਕੰਤ ਨਾ ਕਭੀ ਮੈਂ ਮਿਲਿਆ। ਉਹ ਭੈਣਾ ਮੈਂ ਗੱਲਾਂ ਬਾਤਾਂ ਨਾਲ ਹੀ ਸੁਹਾਗਣ ਆ, ਮੈਨੂੰ ਮਿਲਾਪ ਦਾ ਨਹੀਂ ਆ ਪਤਾ। ਲੈ ਏਦਾਂ ਦੀਆਂ ਗੱਲਾਂ ਵੀ ਨੇ ਪਾਤਸ਼ਾਹ ਨੇ। ਗੁਣ ਨਿਧਾਨ ਸਾਹਿਬ ਮਨ ਮੇਲਾ, ਸ਼ਰਨ ਪਿਆ ਨਾਨਕ ਸੁਹੇਲਾ।
ਹੁਣ ਇਹ ਜਿਹੜੀ ਗੱਲ ਹੈ ਅਖੀਰ ਤੇ ਜਰਾ ਸਮਝ ਲਈਏ, ਮਨ ਮਿਊਟ ਕਰੋ ਜਰਾ। ਇਹ ਸ਼ਰਨ ਕੀ ਹੈ? ਆਪਾਂ ਗੱਲਾਂ ਕੀਤੀਆਂ ਹੋਈਆਂ ਸ਼ਰਨ ਦੀ ਦੁਨਿਆਵੀ ਪੱਧਰ ਤੇ। What is sharan to me? हाँ जी, अपना करो कृपा। अपना अपना दे देना, मतलब अपने यू नो हाँ जी, surrender। सॉरी, एक बंदा अरजीत जी। हाँ जी, अपने नु मतलब प्रभु ਨੂੰ ਦੇ ਦੇਣਾ, ਰੱਬ ਨੂੰ ਦੇ ਦੇਣਾ, ਆਪਣੇ ਨੂੰ ਸੌਂਪ ਦੇਣਾ ਉਹਨੂੰ, ਤੇ ਇਹਦੀ ਸ਼ਰਨ ਵਿੱਚ ਆ ਗਏ। ਜੋ ਕਰੇ, ਅੱਛਾ ਕਰੇ, ਬੁਰਾ ਕਰੇ, ਦੁੱਖ ਦੇ ਸੁੱਖ ਦੇ, ਉਸਨੂੰ ਪ੍ਰਵਾਨ ਕਰ ਲੈਣਾ। ठीक है। पवन बोल रही थी कुछ? पवन जी, what you saying, sir? I was going to say, is it surrender, like you surrender yourself? Surrender, very good. Well, उससे हुक्म से आ जाना। हुक्म से आ जाना। So hukum se aa jana, ya to completely accept the updesh. Sorry, accept out. Accept the updesh, the path that is laid out. Sorry, मैं लफ्ज़ मिस कर रहा हूँ। It's rebounding. I'm sorry, maybe my speaker is not working well. To accept the updesh or the hukum, like Paramjit ji said, okay, to accept what the teachings are, that is what is Sharan. Accept, okay. Is that what you said? Hanji, Accept. hanji. Oh, free, okay. Manjeet, freeze. We'll wait for her to revive. And Disconnected। बख्शो। हाँ जी, Manjeet ji, are you back? Yes. Yeah, to accept and To accept so the Naam, which to me is not just Naam ke Vaheguru Vaheguru. Naam is the Updesh given in the Bani, and when we have accepted and walked that path, that is what I would consider that as is Sharan. Sharan. ठीक है. Doesn't have to be the same. हाँ जी, कार सिंह जी ਤੁਹਾਡਾ mute ਹੋਇਆ ਹੈ, unmute ਹੋਇਆ, sorry. ਮੈਂ ਸੋਚਦਾ ਵੀ ਗੁਲਾਮੀ ਕਬੂਲ ਕਰ ਲੈਣੀ, ਜਦੋਂ ਸ਼ਰਨਾਰਥੀ ਬਣ ਜਾਣਾ, ਗੁਰੂ ਦੀ ਸ਼ਰਨ ਚ ਆ ਕੇ ਤੇ ਕਹਿਣਾ ਹੈ ਸੱਚੇ ਪਾਤਸ਼ਾਹ ਮੈਂ ਅੱਜ ਤੇਰਾ ਗੁਲਾਮ ਆ, ਤੇ ਜੋ ਵੀ ਤੇਰਾ ਹੁਕਮ ਹੋਏਗਾ ਉਹ ਮੇਰੇ ਸਿਰ ਮੱਥੇ ਹੋਏਗਾ, ਤੇ ਕਿਸੇ ਵੀ ਹਾਲਤ ਵਿੱਚ ਮੈਂ ਨਾ ਨਹੀਂ ਕਰਾਂਗਾ। Yeah. ਆਪਾਂ ਇੱਕ ਨਾ ਇਹਦੇ ਚ ਐਨਾਲੋਜੀ ਵਰਤੀ ਹੋਈ ਹੈ, ਹਰ ਇੱਕ ਦਾ ਆਪਣੀ ਆਪਣੀ ਪੋਲਾਈਟ ਹੈ। I'm sharing that with you, all of you, ਕਿ ਅਸੀਂ ਛੋਟੇ ਹੁੰਦਿਆਂ ਖੇਡਦੇ ਹੁੰਦੇ ਸੀ ਗਲੀ ਦੇ ਵਿੱਚ, ਤੇ ਉਹ ਮਾਂ ਕਹਿੰਦੀ ਸੀ ਪੁੱਤਰ ਘਰ ਆ ਜੀ, ਹਨੇਰਾ ਪੈ ਗਿਆ, ਨਹੀਂ ਤੇ ਹਵਾ ਆ ਜਾਏਗਾ। ਤੇ ਅਸੀਂ ਖੇਡ ਚ ਮਸਤ ਰਹਿੰਦੇ ਸੀ, ਤੇ ਹਵਾ ਆ ਜਾਂਦਾ, ਮਤਲਬ ਹਨੇਰਾ ਪੈ ਜਾਂਦਾ ਸੀ, ਉਹ ਹਨੇਰਾ ਪੈ ਗਿਆ, ਹਵਾ ਆ ਗਿਆ।
ਤੇ ਜਦੋਂ ਅਸੀਂ ਰੋਂਦੇ ਰੋਂਦੇ ਮਾਂ ਕੋਲ ਆਣਾ ਤੇ ਮਾਂ ਨੇ ਕਹਿਣਾ ਆ ਮੇਰੇ ਪੁੱਤਰ, ਏਦਾਂ ਬਾਹਾਂ ਕਰਨੀਆਂ ਉਹਨੇ, ਤੇ ਅਸੀਂ ਉਹਦੀ ਗੋਦੀ 'ਚ ਜਾਣਾ ਤੇ ਫਿਰ ਹਊਆ ਚਲਾ ਜਾਣਾ। ਕਿਸੇ ਦਾ ਹਊਆ ਨਹੀਂ ਸੀ ਰਹਿੰਦਾ। ਉਹ ਗੋਦੀ ਸਾਡੀ ਮਾਂ ਦੀ ਸ਼ਰਨ ਹੋਏਗੀ ਸ਼ਾਇਦ, ਜਾਂ ਜੇ ਮੈਂ ਏਦਾਂ ਕਹਾਂ ਕਿ ਗੁਰੂ ਦੀ ਸ਼ਰਨ ਵੀ ਸ਼ਾਇਦ ਉਸ ਮਾਂ ਦੀ ਗੋਦੀ ਵਰਗੀ ਹੋਏਗੀ, ਜਿੱਥੇ ਹੁਣ ਮੈਂ ਜੇ ਸ਼ਰਨ ਨੂੰ ਡਿਫਾਈਨ ਕਰਨਾ ਚਾਹਾਂ ਆਪਣੀ ਭਾਸ਼ਾ 'ਚ, ਦੋ ਪਾਸੇ ਨੇ ਨਾ, ਇੱਕ ਆਤਮਕ ਤੇ ਇੱਕ ਮਾਇਕੀ। ਮਾਇਕੀ ਭਾਸ਼ਾ ਜੇ ਮੈਂ ਉਹਨੂੰ ਡਿਫਾਈਨ ਕਰਾਂ ਤੇ ਮੈਨੂੰ ਲੱਗਦਾ ਵੀ ਜਿੱਥੇ ਜਾ ਕੇ ਮੇਰੇ ਦੁਨਿਆਵੀ ਡਰ ਦੂਰ ਹੋ ਜਾਣ, ਉਹ ਸ਼ਰਨ ਹੋ ਸਕਦੀ। ਜਾਂ ਜਿੱਥੇ ਜਾ ਕੇ, ਜਿਸ ਤਰ੍ਹਾਂ ਕੰਪਲੀਟ ਸਰੈਂਡਰ, ਐਕਸੈਪਟੈਂਸ, ਇਹ ਸਾਰੇ ਆਪਣੇ ਆਪਣੇ ਲਫ਼ਜ਼ ਨੇ, ਐਂਡ ਦੇ ਆਰ ਨਥਿੰਗ ਇਜ਼ ਰੋਂਗ ਔਰ ਰਾਈਟ। ਪਰ ਉਹ ਸਟੇਟ ਆਫ ਮਾਈਂਡ ਜਿੱਥੇ ਮੈਂ ਇੱਕ ਤੂੰ ਹੋਵੇਂ ਤੇ ਇੱਕ ਮੈਂ ਹੋਵਾਂ, ਪ੍ਰੀਤਮ ਅੱਜ ਦਿਲ ਖੁਸ਼ ਤਾਂ ਹੋਵੇ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਇੱਕ ਵੱਖਰੀ ਜੀ ਕੋਈ, ਜਿੱਥੇ ਮੈਂ ਹਮ ਤੁਮ बीच ਰਹਿਓ ਨਾ ਕੋਈ, ਤੁਮ ਹੈ ਸੁਕੰਤ ਨਾਰ ਹਮ ਸੋਈ। ਸ਼ਰਨ ਪਿਆ ਨਾਨਕ ਸੋਹਿਲ। ਜਦੋਂ ਮੈਂ ਸ਼ਰਨ 'ਚ ਹੀ ਪੈ ਗਿਆ, ਮੇਲ ਲੈ ਹੋ ਦਿਆਲ, ਢਹਿ ਪਏ ਦੁਆਰਿਆ ਹੋਵੇ, ਰੱਖ ਲੈਵੋ ਦੀਨ ਦਿਆਲ, ਭਰਮਤ ਬਹੁ ਹਾਰਿਆ ਹੋਵੇ। ਰਾਖੋ ਆਪਣੀ ਸ਼ਰਨ ਪ੍ਰਭੂ, ਮੈਂ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਜਿੱਥੇ ਮੈਨੂੰ ਉਹਦਾ ਮਾਣ ਹੋਵੇ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁ ਮਾਣਿਆ। ਇਹ ਸਾਰਾ ਰਿਲੇਸ਼ਨਸ਼ਿਪ ਦੇ ਨਾਲ ਰਿਲੇਟਡ ਹੈ। ਅਸੀਂ ਇਸ ਰਿਲੇਸ਼ਨਸ਼ਿਪ ਦੀਆਂ ਦੁਨੀਆ ਨੂੰ ਇੰਨੇ ਆਪਣੇ ਬੱਚਿਆਂ ਨੂੰ ਲੈਕਚਰ ਦਿੰਦੇ ਹਾਂ, ਪਰ ਆਪ ਅਸੀਂ ਖਾਲੀ ਹਾਂ। ਕੰਤ ਨਾ ਕਭੀ ਮੈਂ ਮਿਲਿਆ, ਮੈਨੂੰ ਏਦਾਂ ਲੱਗਦਾ। I could be wrong, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਆਪਣੀ ਗੱਲ ਕਰ ਰਿਹਾ। So in that case, wouldn't that be the state of oneness? Yes. Like if it's just it is. him and you? Yeah, I mean, oneness. him and I, sorry. Yep. I-ness, otherness. No. Oneness, yes. Bingo. So that ends our Shabad. ਕੋਈ ਇਹਦੇ ਬਾਰੇ ਇੱਕ ਸਵਾਲ ਹੋਣ ਤੇ ਆਪਾਂ ਯਾਦ ਰੱਖ ਸਕਦੇ ਹਾਂ, ਕਦੀ ਇਕੱਠੇ ਕਰਕੇ ਕਰ ਸਕਦੇ ਹਾਂ। ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਦਾ ਲੱਗਾ। ਮੈਨੂੰ ਇਹ ਪਤਾ ਵੀ ਕਾਰਜ ਨਾਲ ਜਦੋਂ ਗੱਲ ਹੋਈ ਸੀ, ਕਹਿੰਦੇ ਵੀ ਆ ਵਧੀਆ ਲੱਗਾ ਕੰਮ, ਵੀ ਥੋੜਾ ਕਰਕੇ ਐਸਿਮੀਲੇਟ ਕੀਤਾ, ਖਾਣ ਦਾ ਵੀ ਚੰਗਾ ਲੱਗਾ। ਪਰ ਆਈ ਹੋਪ ਕਿ ਸਾਰਿਆਂ ਨੂੰ ਏਦਾਂ ਚੰਗਾ ਲੱਗਾ ਹੋਏਗਾ। ਨਾਲੇ ਕੋਈ ਸ਼ਬਦ ਇਹੋ ਜਿਹੀ ਥਾਂ ਆ ਲੈਂਦਾ ਵੀ ਜਿੱਥੇ ਕਾਫੀ ਕੁਝ ਕਹਿਣ ਨੂੰ ਹੁੰਦਾ ਹੈ ਨਾ। ਇੱਕ ਹੋਰ ਸ਼ਬਦ ਹੈ, ਬਾਬਾ ਮਾਇਆ ਰਚਨਾ ਧੋ। ਕਰਨਾ ਜੀ, ਰਵਦੀਪ ਜੀ, ਬਾਬਾ ਮਾਇਆ ਰਚਨਾ ਧੋ, page is 15. जी, so we'll be doing that next. ਤੇ ਹੁਣ ਸਮਾਪਤੀ ਕਰੀਏ ਜੀ। या पेज नंबर क्या है तुसी? हां जी, पेज नंबर कितना क्या है तुसी? 15। अच्छा जी, थैंक यू। श्री राग पहली पातशाही दा, ठीक है जी। समाप्ति किती सी अज परमजीत जी नाल रवदीप? सोनल जी से वो नहीं आया। सोनल ने आया, चलो साढ़े कोल पईया हैगा वेला। भैया जी, स्टपनी जी, आओ प्यारे जी, करो निहाल। हर सिंह
की होया सुस्ती पे आ गई। ओके ओके मेरे एनका नहीं है आज चलो आई स्टार्ट डू ओ, दिस एक ओंकार सतगुरु प्रसाद श्री राग महला पहला लेखे बोलन बोलना लेखे खाना खाओ लेखे वाट चलाइया लेखे सुन वेखाओ लेखे साल आइया पढ़े के पुछण जाऊं बाबा माया रचना तो अंधे नाम विसारिया ना तिस एह ना ओ रहाओ जीवन मरना जाए कै इथे खाजै काल जिथे बै समझाइया तिथे कोई ना चलियो नाल रोवण वाले जे तुड़े सब बने पंड पराल सबको आखै बहुत बहुत घट न आखे कोई कीमत किने ना पाईया कहन ना वड्डा होए साचा साहिब एक तू होर जिया के तेलो नीचा अंदर नीच जात नीच हूँ अत नीच नानक तिन का संग साथ वड्या स्यों क्या रीस नानक तिन का संग साथ वड्या स्यों क्या रीस जिथे नीच संभालियन तिथे नदर तेरी बख्शीश नीचा अंदर नीच जात नीची हूँ अत नीच नानक तिन का संग साथ वड्या स्यों क्या रीस जिथे नीच संभालियन तिथे नदर तेरी बख्शीश जिथे नीच संभालियन तिथे नजर तेरी बख्शीश वाहिगुरु जी का खालसा वाहिगुरु जी की फतेह भाई जी एक शब्द असी अगली बारी करना है। ਆਪਾਂ ਬੇਨਤੀ ਕੀਤੀ ਸੀ ਸਮਾਪਤੀ ਕਰਨ ਲਈ ਸਾਡੇ ਕੋਲ ਸਟੈਪਨੀ ਹੈਗੀ ਹੈ ਕੋਈ ਨਾ ਮੁੰਦਾਵਣੀ ਮੇਲਾ ਪੰਜਵਾਂ ਹਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ठाकुर का पयो जिसका सबस आधारो जे को खावे जे को पुंचे इसका हुए उधारो ये वस्त तजी ना जाई नित नित राखुर तारो तम संसार चरण लग तरिए सब नानक ब्रह्म पसारो सूख मल पंजवा
तेरा कीता जातो नाही मैनो जोग की तोई। मैं निर्गुण आरे को गुण नाही आपे तरस पयोई। तरस पाया मेरा मत होई। सतगुर सज्जन मिलिया नानक नाम मिले तां जीवा। तन मन थीवै हरिया। तरस पया मेरा मत होई। सतगुर सज्जन मिलिया नानक नाम मिले तां जीवा। तन मन थीवै हरिया। वाहिगुरु जी का खालसा वाहिगुरु जी की फतेह। ਉਹ ਮਨਜੀਤ ਜੀ ਉਹ ਕਹਿੰਦੇ ਭਈ ਵੈਲਕਮ ਬੈਕ ਜੀ। ਪਹਿਲੀ ਗੱਲ ਤੇ ਕਹਿੰਦਾ ਵੀ महफिल में चल रही थी सॉरी